जन्म तुम्हारे लेखे माधो, जन्म तुम्हारे लेखे, जन्म तुम्हारे लेखे माधो, जन्म तुम्हारे लेखे, जन्म तुम्हारे लेखे माधो, जन्म
तुम्हारे लेके जन्म तुम्हारे लेके जन्म तुम्हारे लेके माधो जन्म तुम्हारे लेके तुम्हारे लेके माधो जन्म तुम्हारे लेके माधो जन्म तुम्हारे दीन दयाल न तुम सर अब पति हर क्या कीजै बचनी तोर मोर मन मन जन को पूर्ण दीजै हो बल बल जाओ मैया कारने कारण कवन अबोल रहाओ बहुत जन्म बिचरत मातो तो जन्म तुम्हारे लेखे कहर बतात आट लग जीवा चिर पयो दर्शन देके जब दर्शन देके जी जब दर्शन देके जी जब दर्शन देके जी जुगो जुग अटल धन धन ਸਾਹਿਬ श्री गुरु ग्रंथ ਸਾਹਿਬ महाराज जी ਦੀ पावन पवित्र हजूरी बैठी गुरु रूप गुरसारी साध संगत जीओ अपने समय ते सवासां नूं सफलिया करन वास्ते माई और भाई सारे ही प्रेमी जन दूरों नेड़े आपो अपने दुनियावी धंधे धंधारां तो छुटकारा पा करके जुगो जुग अटल धन धन ਸਾਹਿਬ श्री गुरु ग्रंथ ਸਾਹਿਬ महाराज जी ਦੀ पावन पवित्र हजूरी पुज के अपनी जिंदगी दियां अपने जीवन दियां अमूलक घड़ियां नूं गुरु बाबा जी दे चरणों में लगा के सफलिया करन दी खेचला यानी कृपालता कर सासों साडी जिंदगी का मुख मंत्र मुख प्रयोजन उद्देश कह लो एम ऑफ लाइफ कह लो
ਮਨੁੱਖਾ ਤਨ ਧਾਰਨ ਕਰਕੇ ਮਨੁੱਖਾ ਦੇ ਵਿੱਚ ਆ ਕਰਕੇ ਸਿਰਫ ਤੇ ਸਿਰਫ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ। ਅਸੀਂ ਇੱਥੇ ਰਹਿਣ ਵਾਸਤੇ ਨਹੀਂ ਆਏ, ਅਸੀਂ ਇੱਥੇ ਬਹਿਣ ਵਾਸਤੇ ਨਹੀਂ ਆਏ। ਵੈਸੇ ਵੀ ਜੇ ਵਿਚਾਰ ਕਰਕੇ ਵੇਖਿਆ ਜਾਏ, ਜਨਮ ਧਾਰਨ ਕਰਨ ਤੋਂ ਪਹਿਲਾਂ ਵੀ ਇਹ ਸਰੀਰ ਸਾਡੇ ਕੋਲ ਨਹੀਂ ਸੀ, ਮਰਨ ਤੋਂ ਬਾਅਦ ਵੀ ਇਹ ਸਰੀਰ ਸਾਡੇ ਪਾਸ ਨਹੀਂ ਰਹਿਣਾ, ਇਹ ਚਲਿਆ ਜਾਣਾ ਹੈ। ਜਿਹੜਾ ਸਰੀਰ ਜਨਮ ਧਾਰਨ ਕਰਨ ਤੋਂ ਪਹਿਲਾਂ ਸਾਡੇ ਕੋਲ ਨਹੀਂ ਸੀ, ਮਰਨ ਤੋਂ ਬਾਅਦ ਵੀ ਸਾਡੇ ਕੋਲ ਨਹੀਂ ਰਹਿਣਾ, ਫਿਰ ਇਹ ਸਰੀਰ ਮਿਲਿਆ ਕਾਹਦੇ ਵਾਸਤੇ? ਇਸ ਸਰੀਰ ਦਾ ਮੁੱਖ ਮੰਤਵ ਯਾਨੀ ਪ੍ਰਯੋਜਨ ਸਿਰਫ ਤੇ ਸਿਰਫ ਵਾਹਿਗੁਰੂ ਪਰਮੇਸ਼ਰ ਦਾ ਭਜਨ ਹੈ, ਵਾਹਿਗੁਰੂ ਦੀ ਭਗਤੀ ਹੈ, ਵਾਹਿਗੁਰੂ ਦਾ ਸਿਮਰਨ ਹੈ। ਭਜਨ ਹੈ ਜਿਹੜਾ ਉਹ ਸਿਰਫ ਮਨੁੱਖਾ ਜਨਮ ਪ੍ਰਾਪਤ ਕਰਕੇ ਕੀਤਾ ਜਾ ਸਕਦਾ, ਇਸ ਮਨੁੱਖਾ ਜਨਮ ਚ ਆ ਕੇ ਕੀਤਾ ਜਾ ਸਕਦਾ। ਹੋਰ ਜੂਨੀਆਂ ਵਿੱਚ ਭਜਨ ਨਹੀਂ ਹੋਣਾ। ਜੂਨੀਆਂ ਭਾਵੇਂ ਇੱਕ ਘਰ 84 ਲੱਖ ਹੋਰ ਵੀ ਨੇ, ਉਹਨਾਂ ਜੂਨੀਆਂ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਣਾ, ਵਾਹਿਗੁਰੂ ਦਾ ਭਜਨ ਨਹੀਂ ਕੀਤਾ ਜਾਣਾ। ਕੁੱਤਾ ਕੀ ਨਾਮ ਜਪ ਲੇਗਾ, ਮਿਸਾਲ ਦੇ ਤੌਰ ਤੇ ਘੋੜਾ ਕੀ ਭਜਨ ਕਰ ਲੇਗਾ, ਹਾਥੀ ਕੀ ਨਾਮ ਜਪ ਲੇਗਾ, ਗਧਾ ਕੀ ਸਿਮਰਨ ਕਰ ਲੇਗਾ। ਸਾਧ ਸੰਗਤ ਇਸ ਮਨੁੱਖਾ ਜਨਮ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦਾ ਭਜਨ ਕੀਤਾ ਜਾਣਾ। ਕਿਸ ਨੂੰ ਕਈ ਤਦੇ ਕਿਹਾ ਕਹੋ ਨਾਨਕ ਤਤ ਵਿਚਾਰਾ ਬਿਨ ਹਰਿ ਭਜਨ ਨਹੀਂ ਛੁਟਕਾਰਾ। ਜਨਮ ਸਮੇਂ ਤੋਂ ਲੈ ਕੇ ਮਰਨ ਸਮੇਂ ਤੱਕ ਬੰਦਾ ਕਹਿੰਦਾ ਥੱਕ ਜਾਂਦਾ, ਯਾਰ ਕੰਮ ਹੀ ਨਹੀਂ ਮੁੱਕਦੇ, ਕੰਮ ਹੀ ਨਹੀਂ ਮੁੱਕਦੇ, ਕੰਮ ਹੀ ਨਹੀਂ ਮੁੱਕਦੇ। ਇਹਨੂੰ ਕਹੋ ਗੁਰੂ ਘਰ ਆਓ, ਕੰਮ ਹੀ ਨਹੀਂ ਮੁੱਕਦੇ, ਸਮਾਂ ਹੀ ਨਹੀਂ ਮਿਲਦਾ। ਗੁਰੂ ਕੀ ਸੰਗ ਸਮਾਂ ਇਹਨੂੰ ਉਦੋਂ ਮਿਲਣਾ, ਜਾ ਕੇ ਉੱਥੇ ਜਾ ਕੇ ਇਹਨੂੰ ਆਰਾਮ ਮਿਲਣਾ। ਕਿਸ ਨੂੰ ਕਹੀਏ ਆਰਾਮ ਹੀ ਨਹੀਂ ਮਿਲਦਾ ਜੀ, ਟਾਈਮ ਹੀ ਨਹੀਂ ਮਿਲਦਾ। ਆਰਾਮ ਤਾਂ ਸਿਰਫ ਰਾਮ ਦੇ ਵਿੱਚ ਮਿਲ ਕੇ ਹੀ ਹੋਣਾ ਹੈ। ਸਾਧ ਸੰਗਤ ਜੀ, ਰਾਮ ਦੇ ਵਿੱਚ ਮਿਲ ਕੇ ਹੋਣਾ। ਆਰਾਮ ਤਾਂ ਰਾਮ ਦੇ ਵਿੱਚ ਮਿਲਣ ਤੋਂ ਪਹਿਲਾਂ ਇਹਨੂੰ ਕਿਤੇ ਵੀ ਆਰਾਮ ਨਹੀਂ ਮਿਲਦਾ, ਇਹਨੂੰ ਕਿਤੇ ਵੀ ਸੁੱਖ ਨਹੀਂ ਮਿਲਦਾ। ਸਾਧ ਸੰਗਤ ਜੀ, ਸਿਮਰਨ ਕਰਦੇ ਕਰਦੇ ਇਹਨੇ ਵਾਹਿਗੁਰੂ ਵਿੱਚ ਭੇਦ ਹੋ ਜਾਣਾ ਹੈ। ਵਾਹਿਗੁਰੂ ਜਿਹੜਾ ਉਹਦੇ ਚ ਦੁਬਦਾ ਨਹੀਂ, ਉਹਦੇ ਚ ਦਵੈਸ਼ ਨਹੀਂ, ਉਹਦੇ ਚ ਰਾਗ ਨਹੀਂ, ਉਹਦੇ ਚ ਈਰਖਾ ਨਹੀਂ, ਉਹਦੇ ਚ ਇਹ ਪੰਜ ਵਿਕਾਰ ਨਹੀਂ, ਆਸਾ ਮਨਸਾ ਤ੍ਰਿਸ਼ਨਾ ਨਹੀਂ। ਵਾਹਿਗੁਰੂ ਜਿਹੜਾ ਗੁਰੂ ਕੀ ਸੰਗਤ, ਉਹਦੇ ਵਿੱਚ ਇਹ ਤਿੰਨ ਤਾਪ ਨਹੀਂ, ਰਜੋਗੁਣ ਤਮੋਗੁਣ ਸਤੋਗੁਣ, ਇਹਨਾਂ ਤਿੰਨਾਂ ਤੋਂ ਪਰੇ ਹੈ। ਉਹ ਵਾਹਿਗੁਰੂ, ਉਹ ਹਸਤੀ ਗੁਰੂ ਕੀ ਸੰਗਤ ਜਿਹੜਾ ਸਭਨਾਂ ਦੇ ਵਿੱਚ ਬੈਠਾ ਹੋਇਆ ਹੈ। ਕੋਈ ਐਸਾ ਹਿਰਦਾ ਨਹੀਂ, ਉਹ ਸਾਧ ਸੰਗਤ ਕਿਤੇ ਗਿਆ ਨਹੀਂ, ਉਹਨੇ ਕਿਤੋਂ ਆਉਣਾ ਨਹੀਂ, ਉਹਨੇ ਕਿਤੇ ਜਾਣਾ ਨਹੀਂ, ਉਹ ਸਾਰਿਆਂ ਦੇ ਵਿੱਚ ਹੀ ਬੈਠਾ ਹੋਇਆ ਹੈ। ਗੁਰੂ ਕੀ ਸੰਗਤ ਉਹਨੂੰ ਵੇਖਣ ਵਾਸਤੇ ਤਦੇ ਕਿਹਾ, ਕਿਤੇ ਗੁਰਬਾਣੀ ਚ ਦੱਸਿਆ, ਭਗਤਾਂ ਨੇ ਕਿਹਾ ਬਹੁ ਜਨਮ ਵਿਸਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਬਦਾਸ, ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਕਿਤੇ ਭਗਤਾਂ ਨੇ ਇਹ ਕਿਹਾ, ਕਿਤੇ ਗੁਰੂ ਸਾਹਿਬ ਕਹਿੰਦੇ ਨੇ ਦਿਨ ਦਰਸ਼ਨ ਪਿਆਸੀ ਦਿਨ ਸਰਾਤ। ਆਤਮਾ ਜਿਹੜੀ ਇਹ ਵਾਹਿਗੁਰੂ ਪਰਿਪੂਰਨ ਦੀ ਸਾਧ ਸੰਗਤ ਜੀ ਸਮਝੋ, ਜੀਵ ਆਤਮਾ ਰੂਪੀ ਇਸਤਰੀ ਹੈ। ਜਿਵੇਂ ਇਸਤਰੀ ਪਤੀ ਦੀ ਉਡੀਕ ਕਰਦੀ ਹੈ, ਗੁਰੂ ਕੀ ਸੰਗਤ ਪਤੀ ਦੀ ਇਹ ਉਡੀਕ ਕਰਦੀ, ਪ੍ਰਦੇਸ਼ ਕੇ ਪਤੀ ਦੀ ਇੰਤਜ਼ਾਰ ਕਰਦੀ, ਉਡੀਕਦੀ ਹੈ, ਉਹ ਚਿੱਠੀਆਂ ਪਾਉਂਦੀ ਹੈ। ਗੁਰੂ ਕੀ ਸੰਗਤ ਇੱਥੇ ਗੁਰੂ ਕੀ ਸੰਗਤ ਦੱਸਣਾ ਕੀਤਾ, ਜੀਵ ਆਤਮਾ ਕੀ ਕਹਿੰਦੀ ਹੈ, ਵਾਹਿਗੁਰੂ ਹੈ ਪਰਿਪੂਰਨ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵ ਅੰਦਰ ਨੀਤ ਖੋਲ ਕਪਟ ਗੁਰੂ ਮੇਲੀਆ ਨਾਨਕ ਹਰ ਸੰਗ ਨੀਤ। ਇਸ ਵਿਚੜੀ ਰੂਹ ਨੂੰ ਸਰਵ ਤੇ ਸਰਵ ਵਾਹਿਗੁਰੂ ਮਿਲਾ ਸਕਦਾ, ਮਾਫ ਕਰਨਾ ਗੁਰੂ ਮਿਲਾ ਸਕਦਾ। ਗੁਰੂ ਹੈ ਜਿਹੜਾ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਦੋ ਹੀ ਸਰੂਪ ਨੇ ਦੁਨੀਆ ਤੇ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਯਾਨੀ ਅੱਜ ਤੋਂ ਕਰੀਬ 550 ਸਾਲ ਪਹਿਲਾਂ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ। ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਕੇ ਨੌਖੰਡ ਧਰਤੀ ਸੱਤਾਂ ਦੀਪਾਂ ਦਾ ਚੱਕਰ ਲਗਾਇਆ। ਸਾਧ ਸੰਗਤ ਜੀ, ਨਿਰਗੁਣ ਉਹ ਹੈ ਜਿਹੜਾ ਇਹਨਾਂ ਅੱਖਾਂ ਨੂੰ ਨਜ਼ਰ ਨਹੀਂ ਆਉਂਦਾ, ਜਿਹੜਾ ਮਹਿਸੂਸ ਨਹੀਂ ਕੀਤਾ ਜਾਂਦਾ। ਸਾਧ ਸੰਗਤ ਜੀ, ਜਿਹੜਾ ਦਿਸਦਾ ਨਹੀਂ ਉਹਨੂੰ ਨਿਰਗੁਣ ਕਹਿਣਾ ਕੀਤਾ। ਨਿਰਗੁਣ ਵਾਹਿਗੁਰੂ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਜਿਵੇਂ ਭੁੱਖ ਸਾਨੂੰ ਸਾਰਿਆਂ ਨੂੰ ਲੱਗਦੀ ਹੈ, ਦੁੱਖ ਹੈ, ਸਿਰ ਦੁਖਦਾ, ਉਹ ਦਰਦ ਨਜ਼ਰ ਨਹੀਂ ਆਉਂਦੀ, ਮਹਿਸੂਸ ਕੀਤਾ ਜਾਂਦਾ। ਬੁਖਾਰ ਹੋ ਗਿਆ, ਬੁਖਾਰ ਦਿਸਦਾ ਨਹੀਂ ਹੈ, ਮਹਿਸੂਸ ਕੀਤਾ ਜਾਂਦਾ। ਯਾਨੀ ਉਹ ਵਾਹਿਗੁਰੂ ਜਿਹੜਾ ਸਾਰਿਆਂ ਦੇ ਵਿੱਚ ਹੈ। ਗੁਰੂ ਕੀ ਸੰਗਤ ਉਹ ਸਭਨਾਂ ਦੇ ਵਿੱਚ ਹੈ। ਕੋਈ ਐਸਾ ਹਿਰਦਾ ਨਹੀਂ ਜਿਸ ਹਿਰਦੇ ਵਿੱਚ ਉਹ ਨਹੀਂ ਬੈਠਾ। ਉਹ ਤੋਂ ਪਰੇ, ਉਹ ਤੋਂ ਬਿਨਾਂ ਜਾਨੀ ਕੋਈ ਵੀ ਨਹੀਂ ਹੈ। ਸਾਧ ਸੰਗਤ ਜੀ, ਆਪਾਂ ਜਦੋਂ ਮਰ ਜਾਂਦੇ ਹਾਂ, ਕਹਿੰਦੇ ਮਰ ਗਏ, ਮਰਦਾ ਤਾਂ ਹੈ ਨਹੀਂ। ਕਹੋ ਵਾਹਿਗੁਰੂ, ਬਚਪਨ ਤੁਰ ਜਾਂਦਾ, ਕੋਈ ਨਹੀਂ ਕਹਿੰਦਾ ਤਾਂ ਬਚਪਨ ਮਰ ਗਿਆ, ਕੋਈ ਕਹਿੰਦਾ, ਕੋਈ ਨਹੀਂ ਕਹਿੰਦਾ। ਇਹ ਸਟੇਜਾਂ ਹਨ, ਬਾਲ ਜਵਾਨੀ ਕਰ ਬਿਰਧ ਫੁਨ, तीन ਅਵਸਥਾ ਜਾਣ। ਜਿੱਥੇ ਬਚਪਨ ਚਲਾ ਗਿਆ, ਕੋਈ ਬਚਪਨ ਤੁਰ ਜੇ ਕਿਸੇ ਦਾ, ਕੋਈ ਨਹੀਂ ਰੋਂਦਾ। ਕੋਈ ਰੋਂਦਾ ਬਈ?
ਕੋਈ ਰੋਂਦਾ ਕਿਸੇ ਬੱਚੇ ਦੇ, ਕਿਸੇ ਦੇ ਮਾਂ-ਬਾਪ ਦੇ ਬੱਚੇ ਦਾ ਬਚਪਨ ਤੁਰ ਜੇ ਕੋਈ ਰੋਂਦਾ? ਜਵਾਨੀ ਆ ਜੇ ਮਾਂ-ਬਾਪ ਕਦੇ ਨਹੀਂ ਰੋਂਦੇ। ਜਵਾਨੀ ਤੁਰ ਜੇ ਕੋਈ ਨਹੀਂ ਰੋਂਦਾ ਵੀ ਹੁਣ ਜਵਾਨੀ ਚਲੀ ਗਈ। ਜਵਾਨੀ ਦੇ ਜਾਣ ਤੇ ਕੋਈ ਨਹੀਂ ਰੋਂਦਾ। ਸਾਧ ਸੰਗਤ ਜੀ ਇਹ ਕੋਈ ਨਹੀਂ ਕਹਿੰਦਾ ਵੀ ਇਹਦਾ ਬਚਪਨ ਮਰ ਗਿਆ। ਹਾਲਾਂਕਿ ਬਚਪਨ ਮਰ ਜਾਂਦਾ, ਕਹੋ ਵਾਹਿਗੁਰੂ, ਬਚਪਨ ਮਰ ਜਾਂਦਾ। ਸਾਡਾ ਬਚਪਨ ਕਦੇ ਆ ਸਕਦਾ? ਕਦੇ ਆ ਸਕਦਾ? ਐਵੇਂ ਨਹੀਂ ਸੀ ਭਗਤ ਕਬੀਰ ਜੀ ਨੇ ਕਿਹਾ ਮੇਰੀ ਮੇਰੀ ਕਰਤੇ ਜਨਮ ਗਏ, ਮੇਰੀ ਮੇਰੀ ਕਰਦੇ ਮੈਂ ਆਹ ਕਰ ਲਾਂ ਉਹ ਕਰ ਲਾਂ। ਪਰ ਕੀ ਕਹਿੰਦੇ 12 ਬਸ ਬਾਲਪਨ ਬੀਤੇ, 12 ਸਾਲਾਂ ਦਾ ਸਮਾਂ ਜਿਹੜਾ ਉਹ ਬਚਪਨ ਉਮਰ ਚ ਗੁਜ਼ਰ ਜਾਂਦਾ ਹੈ। 20 ਵਰਸ ਇਸ ਤੱਕ ਨਾ ਕੀਓ, 20 ਸਾਲ ਦੀ ਉਮਰ ਹੈ ਜਿਹੜੀ ਉਹਦੇ ਵਿੱਚ ਕੋਈ ਭਜਨ ਨਹੀਂ ਕੀਤਾ। 30 ਵਰਸ ਕੇ ਦੇਵ ਨਾ ਪੂਜਾ ਅਪਛਤਾਣਾ ਅੰਮ੍ਰਿਤ ਪਇਓ। 30 ਸਾਲ ਦੀ ਉਮਰ ਵਿੱਚ ਕੋਈ ਗੁਰੂ ਦਾ ਧਿਆਨ ਨਹੀਂ, ਬੜਾ ਉਮਰ ਆ ਗਿਆ ਆ ਗਈ। ਖੈਰ ਸਾਸੰਗ ਜਿਹੜਾ ਧਿਆਨ ਦੇਣ ਵਾਲੀ ਗੱਲ ਹੈ। ਕੋਈ ਨਹੀਂ ਕਹਿੰਦਾ ਬਚਪਨ ਮਰ ਗਿਆ, ਕੋਈ ਕਹਿੰਦਾ ਬਚਪਨ ਮਰ ਗਿਆ। ਔਰ ਕੋਈ ਨਹੀਂ ਰੋਂਦਾ ਬਚਪਨ ਤੋਂ ਜੇ ਕੋਈ ਨਹੀਂ ਰੋਂਦਾ। ਜਵਾਨੀ ਚਲੀ ਜੇ ਕੋਈ ਨਹੀਂ ਰੋਂਦਾ। ਕੋਈ ਨਹੀਂ ਕਹਿੰਦਾ ਇਹਦੀ ਜਵਾਨੀ ਮਰ ਗਈ। ਜਦੋਂ ਬੁਢਾਪਾ ਆਉਂਦਾ ਫਿਰ ਸਮੇਂ ਨਾਲ ਬੁਢਾਪੇ ਨੂੰ ਵੀ ਜਾਣਾ ਹੈ। ਸਮੇਂ ਨਾਲ ਬਚਪਨ ਤੁਰ ਗਿਆ, ਸਮੇਂ ਨਾਲ ਜਵਾਨੀ ਚਲੀ ਗਈ, ਸਮੇਂ ਨਾਲ ਬੁਢਾਪਾ ਚਲਾ ਗਿਆ। ਫਿਰ ਕੋਈ ਨਹੀਂ ਕਹਿੰਦਾ ਇਹ ਮਾਫ ਕਰਨਾ ਜਦੋਂ ਮਰ ਜਾ। ਫਿਰ ਉਹਦੇ ਕਹਿੰਦੇ ਮਰ ਗਏ। ਮਰਦਾ ਤਾਂ ਪਹਿਲਾਂ ਮਰੀ ਜਾਂਦਾ, ਦਿਨ ਦਿਨ ਕਰਕੇ ਮਰੀ ਜਾਂਦਾ। ਕਹੋ ਵਾਹਿਗੁਰੂ। ਇਹਦੇ ਵੇਖਦਿਆਂ ਸਾਸੋਂ ਇਹਦਾ ਬਚਪਨ ਤੁਰ ਗਿਆ, ਮਰਿਆ ਨਹੀਂ। ਬਚਪਨ ਮਰਿਆ ਨਹੀਂ, ਜਵਾਨੀ ਚਲੀ ਗਈ ਮਰੀ ਨਹੀਂ। ਪਰ ਉਦੋਂ ਨਾ ਰੋਇਆ। ਬਚਪਨ ਤੁਰ ਗਿਆ ਨਾ ਰੋਇਆ, ਜਵਾਨੀ ਚਲੀ ਗਈ ਨਾ ਰੋਇਆ। ਮਾਫ ਕਰਨਾ ਜਦੋਂ ਸਰੀਰ ਚਲਾ ਗਿਆ ਫਿਰ ਨਾ ਰੋਇਆ। ਅਸਲ ਗੱਲ ਹੈ ਇਹ ਮਰਦਾ ਨਹੀਂ ਹੈ। ਇਹ ਸਰੀਰ ਹੈ ਜਿਹੜਾ ਇਹ ਵੱਧਦਾ ਘਟਦਾ ਰਹਿੰਦਾ, ਇਹ ਚਲਿਆ ਜਾਣਾ ਹੈ। ਇਹ ਇੱਕੋ ਵਰਗਾ ਨਹੀਂ। ਗੁਰੂ ਕੀ ਸੰਗਤ ਬਚਪਨ ਸਮੇਂ ਤੋਂ ਵੱਧਦਾ, ਫਿਰ ਜਵਾਨੀ ਆਉਂਦੀ, ਜੁਆ ਤੋਂ ਬਾਅਦ ਬੁਢਾਪਾ ਆਉਂਦਾ। ਬੁਢਾਪੇ ਤੋਂ ਬਾਅਦ ਫਿਰ ਪੈਰਾਂ ਵੱਲ ਨੂੰ ਦਿਖਦਾ, ਫਿਰ ਝੁਕਦਾ ਘਟਦਾ। ਬੁਢਾਪੇ ਦੇ ਵਿੱਚ ਸਾਸੋਂ ਫਿਰ ਝੁਕਦਾ। ਮਰਨ ਤੋਂ ਬਾਅਦ ਸੰਸਕਾਰ ਕਰ ਦਿੱਤਾ ਜਾਂਦਾ। ਅਰਥੀਆਂ ਨੇ ਜਿਹੜੀਆਂ ਇਹਦੀਆਂ ਫੁੱਲ ਕਹਿ ਦਿੰਦੇ ਨੇ, ਅਰਥੀਆਂ ਕਹਿ ਦਿੰਦੇ ਨੇ। ਉਹ ਸਾਸੋਂ ਇੱਕ ਮਾਫ ਕਰਨਾ ਕੱਪੜੇ ਦੀ ਗੁਥਲੀ ਜਿਹੀ ਜਾਂ ਥੈਲਾ ਜਿਹਾ ਸੀ ਕੇ ਉਹਦੇ ਵਿੱਚ ਪਾਤੀਆਂ ਜਾਂਦੀਆਂ। ਗੁਰੂ ਕੀ ਸੰਗਤ ਜਿੰਨਾ ਕਿ ਜਨਮ ਵੇਲੇ ਸੀ ਉਹ ਨਾ ਕਰਿਆ ਜਾਂਦਾ ਸਤਸੰਗ ਜੀ, ਨਹੀਂ ਉਹ ਵੀ ਨਹੀਂ ਰਹਿੰਦਾ। ਇੱਕ ਦਿਨ ਕਹਿਣ ਤੋਂ ਭਾਵ ਇਹ ਚਲਿਆ ਜਾਣਾ ਹੈ। ਅਸੀਂ ਸਰੀਰ ਨਹੀਂ ਹੈ, ਸਰੀਰ ਨਹੀਂ ਹੈ। ਸਰੀਰਾਂ ਕਰਕੇ ਨਿੰਦਾ ਕਰਦੇ ਹਾਂ, ਸਰੀਰਾਂ ਕਰਕੇ ਬੁਰਾ ਮੰਗਦੇ ਹਾਂ। ਉਹ ਜਿਸ ਤਰ੍ਹਾਂ ਕਰ ਲਿਆ ਉਹ ਉਸ ਤਰ੍ਹਾਂ ਕਰ ਲਿਆ। ਪਰ ਉਹ ਜਿਹੜੀ ਆਤਮਾ ਉਹ ਵਾਹਿਗੁਰੂ ਦੀ ਅੰਸ਼ ਹੈ, ਉਹ ਖਤਮ ਨਹੀਂ ਹੁੰਦੀ। ਜਦ ਸਤਸੰਗ ਜੀ ਬੰਦਾ ਮਰ ਜਾਂਦਾ, ਰਾਤ ਕੀਰਤਨ ਚ ਵਿਚਾਰ ਚਲੀ ਸੀ ਇਹਦੀਆਂ ਅੱਖਾਂ ਵੀ ਹੁੰਦੀਆਂ ਨੇ, ਅੱਖਾਂ ਦੇ ਹੁੰਦੇ ਵੇਖ ਨਹੀਂ ਸਕਦਾ। ਕਹੋ ਵਾਹਿਗੁਰੂ। ਸਤਸੰਗ ਅੱਖਾਂ ਦੇ ਹੁੰਦੇ ਵੇਖ ਨਹੀਂ ਸਕਦਾ, ਕੰਨ ਹੁੰਦੇ ਨੇ, ਕੰਨਾਂ ਦੇ ਹੁੰਦਿਆਂ ਸੁਣ ਨਹੀਂ ਸਕਦਾ, ਜ਼ਬਾਨ ਹੁੰਦੀ, ਜ਼ਬਾਨ ਦੇ ਹੁੰਦਿਆਂ ਬੋਲ ਨਹੀਂ ਸਕਦਾ। ਸਤਸੰਗ ਜੀ ਮਾਫ ਕਰਨਾ ਪੈਰ ਹੁੰਦੇ ਨੇ, ਪੈਰਾਂ ਦੇ ਹੁੰਦਿਆਂ ਸਤਸੰਗ ਜੀ ਚੱਲ ਨਹੀਂ ਸਕਦਾ। ਹੱਥ ਹੁੰਦੇ ਨੇ, ਹੱਥਾਂ ਦੇ ਕੰਮ ਨਹੀਂ ਕਰ ਸਕਦਾ। ਕਿਉਂ? ਜਿਹਦੇ ਆਸਰੇ ਕੰਮ ਕਰਦਾ ਸੀ ਉਹ ਇਹਦੇ ਵਿੱਚੋਂ ਨਿਕਲ ਗਈ। ਇਹ ਬਲਬ ਵੀ ਨੇ, ਤਾਰਾਂ ਵੀ ਨੇ, ਪਿੱਛੋਂ ਬਿਜਲੀ ਨਾ ਆਵੇ ਤਾਰਾਂ ਕੀ ਕਰਨਗੀਆਂ। ਕਹੋ ਵਾਹਿਗੁਰੂ। ਬਲਬ ਕੀ ਕਰੇਗਾ? ਕਹੋ ਵਾਹਿਗੁਰੂ। ਬੜੀਆਂ ਬੜੀਆਂ ਫੈਕਟਰੀਆਂ, ਇੰਡਸਟਰੀਆਂ ਗੌਰਮੈਂਟ ਦੀਆਂ ਚੱਲ ਰਹੀਆਂ ਨੇ, ਬਲਬ ਚੱਲ ਰਹੇ ਨੇ, ਪੱਖੇ ਚੱਲਦੇ ਨੇ। ਯਾਨੀ ਇਹਨਾਂ ਸਾਰਿਆਂ ਦੇ ਵਿੱਚ ਇੱਕ ਯਾਨੀ ਕਰੰਟ ਹੀ ਕੰਮ ਕਰਦਾ। ਇੱਕ ਕਰੰਟ ਬਿਜਲੀ ਕੰਮ ਕਰਦੀ ਹੈ। ਜੇ ਉਹ ਕਰੰਟ ਨਾਲ ਪਿੱਛੇ ਹੋਵੇ ਸਤਸੰਗ ਫੈਕਟਰੀਆਂ ਨਹੀਂ ਚੱਲ ਸਕਦੀਆਂ, ਉਹ ਪੱਖੇ ਨਹੀਂ ਚੱਲ ਸਕਦੇ, ਇੰਡਸਟਰੀਆਂ ਨਹੀਂ ਚੱਲ ਸਕਦੀਆਂ, ਇਹ ਮਾਫ ਕਰਨਾ ਬਲਬ ਨਹੀਂ ਜਗ ਸਕਦੇ। ਵੈਸੇ ਇਹ ਪ੍ਰਮਾਣ ਹੈ ਸਮਝਾਉਣ ਵਾਸਤੇ। ਸਤਸੰਗ ਵਾਹਿਗੁਰੂ ਦੀ ਹਸਤੀ ਦੇ ਸਾਹਮਣੇ ਇਹ ਚੀਜ਼ਾਂ ਕੁਛ ਵੀ ਨਹੀਂ ਹਨ। ਉਹ ਜੇ ਵਾਹਿਗੁਰੂ ਦੀ ਜੋਤ ਇਸ ਸਰੀਰ ਦੇ ਵਿੱਚ ਨਾ ਹੋਵੇ ਤਦੇ ਕਹਿੰਦਾ ਸਭ ਮੈਂ ਜੋ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਜੋਤ ਕਰਕੇ ਹੀ ਦੇਖਦਾ, ਜੋਤ ਕਰਕੇ ਸੁਣਦਾ, ਜੋਤ ਕਰਕੇ ਬੋਲਦਾ। ਐਵੇਂ ਨਹੀਂ ਸਿੱਖਿਆ ਕਬੀਰ ਜੀ ਨੇ ਕੀ ਕਹਿੰਦਾ ਹਿਰਦਿਆਂ 'ਚ ਕੌਣ ਬੋਲਦਾ? ਸਾਰੇ ਨੇ ਸਭ ਕੱਟ ਰਾਮ ਨਾਮ ਬੋਲੇ। ਕਹਿੰਦੇ ਸਾਰੇ ਕੱਟਾਂ ਦੇ ਵਿੱਚ ਵਾਹਿਗੁਰੂ ਬੋਲਦਾ। ਕਹਿੰਦੇ ਰਾਮ ਤੋਂ ਬਿਨਾਂ ਕੋਈ ਵੀ ਨਹੀਂ ਬੋਲਦਾ। ਇਉਂ ਗੁਰੂ ਕੀ ਸੰਗਤ ਮਹਾਂਪੁਰਸ਼ ਕਦੇ ਪੜਿਆ ਕਰਦੇ ਸੀ। ਇਹ ਬੰਦੇ ਨੂੰ ਪਤਾ ਲੱਗ ਜੇ ਕਿਹਦੀ ਨਿੰਦਾ ਕਰੂਗਾ। ਕਿਹੜਾ ਗੰਦ ਦੇ ਟੋਕਰੇ ਚੱਕੇ ਗਲ ਸਜੀ। ਕਹੋ ਵਾਹਿਗੁਰੂ। ਕਿਹੜਾ ਗੰਦ ਦੇ ਟੋਕਰੇ ਚੱਕੇ ਚੱਕ ਲੋ, ਜਿਹਨੇ ਚੱਕਲੇ ਹਨ। ਸਤਸੰਗ ਜੀ ਜਿਹਨੇ ਚੱਕਣੇ ਨੇ। ਐਵੇਂ ਨਹੀਂ ਭਾਈ ਗੁਰਦਾਸ ਜੀ ਫਰਮਾਉਂਦੇ, ਕਹਿੰਦੇ ਨੇ ਦੂਜੇ ਦੀ ਨਿੰਦਾ ਕਰਨੀ ਇਸ ਤਰ੍ਹਾਂ ਜਿਵੇਂ ਜ਼ਬਾਨ ਦੇ ਨਾਲ ਵਿਸ਼ਟਾ ਨੂੰ ਚੱਟਣਾ। ਹੁਣ ਕਿਹੜਾ ਚੱਟੇ, ਹੁਣ ਕਿਹੜਾ ਚੱਟੇ ਗੰਦ ਨੂੰ? ਤਦੇ ਕਹਿਣਾ ਸਭੇ ਅਵਖਰ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ। ਸਾਰੀਆਂ ਬਿਮਾਰੀਆਂ ਦੇ ਇਲਾਜ ਹਨ ਪਰ ਨਿੰਦਕ ਦਾ ਕੋਈ ਵੀ ਦਾਰੂ ਨਹੀਂ ਹੈ, ਨਿੰਦਕ ਦਾ ਕੋਈ ਵੀ ਇਲਾਜ ਨਹੀਂ ਹੈ। ਪਰ ਅੱਗੇ ਕੀ ਕਹਿੰਦੇ ਹਨ? ਕਹਿੰਦੇ ਨਾਨਕ ਨਾਮ ਵਿਹੂਣਿਆ ਜਸਨ ਜਨਮ ਗਵਾਏ। ਰਿਜ਼ਲਟ ਕੀ ਨਿਕਲਣਾ? ਨਾਮ ਜਪਣਾ ਨਹੀਂ, ਭਜਨ ਕਰਨਾ ਨਹੀਂ, ਨਿੰਦਾ ਚੁਗਲੀ ਕਿਚ ਕਰੀ ਜਾਣੀ ਹੈ। ਅੰਤ ਇਹਦਾ ਰਿਜ਼ਲਟ ਕੀ ਹੈ? ਸੰਸਾਰ ਤੋਂ ਜਨਮ ਗਵਾ ਕੇ ਚਲੇ ਜਾਣਗੇ। ਇਹ ਹੈ ਹੀ ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਹੈ।
फिर किहदी निंदा करदे हो, कहो वाहिगुरू। फिर किहदी निंदा करदे हो। तदे कबीर जी ने कहा सी कि सारे दे अंदर एक वाहिगुरू बोलदा बोलदा भी वाहिगुरू ही है, होर की है। गुरु की संगत, बड़े बड़े अकल दे धनी डॉक्टर, बड़े बड़े काबल साध संगत जी, माफ करना डिग्री होल्डर डॉक्टर, जदों शरीर दे विचों प्राण निकल जाते हैं, सारे कहते हैं फलाना डॉक्टर बड़ा सियाणा, खोती का सिर सियाणा, जिउंदे दा तां इलाज करदा सारा को, मरे दा इलाज किहड़ा करू। फिर तदे कबीर जी ने साध संगत जी टंके दे उत्ते चोट मार के आख्या सी, वैद जी वैद के हम ही भले, दारू मेरे बस, ए तो वस्त गोपाल की जब भावै ले। खास डॉक्टर जिउंदे दा इलाज करदा, मरे दा किसे दा इलाज करदा कोई। मरे दा इलाज की करता है, ਉਹ ਜਿਹੜੀ ਜੋਤ ਵਿੱਚੋਂ ਨਿਕਲ ਗਈ ਜਿਹਦੇ ਕਰਕੇ ਇਹ ਚੱਲਦਾ ਸੀ, ਮਾਫ ਕਰਨਾ ਤੁਰਿਆ ਫਿਰਦਾ ਸੀ, ਦੌੜਿਆ ਫਿਰਦਾ ਸੀ, ਉਹ ਜੋਤ ਵਿੱਚੋਂ ਨਿਕਲ ਗਈ। ਮਾਫ ਕਰਨਾ ਦੇਖਦੇ ਨੇ, ਲਫ਼ਜ਼ ਪੜ੍ਹ ਪੜ੍ਹ ਕੇ ਦੇਖਦੇ ਨੇ, ਸਾਹ ਹੈਗੇ ਨੇ ਕਿ ਨਹੀਂ ਹੈਗੇ। ਮਾਫ ਕਰਨਾ ਸਾਧ ਸੰਗਤ ਨੂੰ ਦੇਖੋ, ਸਰੀਰ ਨੂੰ ਕਿਸ ਤਰੀਕੇ ਨਾਲ ਰਚਿਆ, ਕਹੋ ਵਾਹਿਗੁਰੂ। ਕਿਹੋ ਜਿਹੇ ਤਰੀਕੇ ਦੇ ਨਾਲ ਰਚਿਆ, ਬੰਦਾ ਤਵੱਜਬ ਰਹਿ ਜਾਂਦਾ। ਪੰਜਾਂ ਤੱਤਾਂ ਦਾ ਬਣਿਆ ਸਰੀਰ ਹੈ। ਵੈਸੇ ਇਹਨਾਂ ਪੰਜਾਂ ਤੱਤਾਂ ਨੂੰ ਕੋਈ ਇਕੱਠੇ ਨਹੀਂ ਰੱਖ ਸਕਦਾ। ਖਾਲਸਾ ਜੀ, ਧਰਤੀ ਜਿਹਦੇ ਲੋਕਾਂ ਨੇ ਰੱਬ ਕੀ ਨੇ ਵੇਖਿਆ, ਧਰਤੀ ਦੇ ਉੱਤੇ ਦਰਿਆ, ਸਮੁੰਦਰ, ਨਦੀਆਂ, ਨਾਲੇ, जरा ध्यान ना दो थोड़ा जिहा साथ सुन, फिर पता लगता वैरू है कि नहीं है। गुरु की संगत ये नास्तिक बंदियां दा काम है, मनमुखां दा काम है। गुरु की संगत साडी है धरती पानी दे उत्ते इंज खड़ी है। साइंसदानां ने ये गल सिद्ध कर दी है। तां साध संगत जिवें 10 मन पानी दे उत्ते एक मन मिट्टी को खड़ी कर दे, कर सकदा? बोलदे 10 मन मिट्टी, 10 मन पानी दे उत्ते एक मन मिट्टी को खड़ी कर सकदा? देखो पानी दे उत्ते माफ करना, धरती के उत्ते दरिया चल रहे हैं, धरती के उत्ते नदियां, नाले, किडे किडे समुद्र हैं। धरती फिर की है, धरती खड़ी भी पानी के उत्ते। वैसे ये 705 तत्त इकट्ठे नहीं रह सकते। माफ करना, मिट्टी के पानी का कोई सुमेल नहीं है, कहो है। पानी धरती के उत्ते बोर करो, थले भी पानी निकलता, धरती के थले पानी निकलता। ये पानी किवें किवें पंजे तत्व ने इकट्ठे करते। अग पानी को इकट्ठा नहीं कर सकता, कर सकता? कहो है। अग पानी को कोई इकट्ठे नहीं कर सकता, कर सकता? किहड़ा करूगा? मच की अग के उत्ते पानी पा दे कोई जोगी, कोई पानी अग नूं इकट्ठे नहीं कर सकता, कोई पानी मिट्टी नूं इकट्ठे नहीं कर सकता। गुरु की संगत माफ करना, ते फिर हवा, हवा दा ते पानी दा, हवा दा ते अग दा की मेल। पर पंजे तत्त देखो, शरीर ये मिट्टी भी है, मिट्टी अज भी मिट्टी दौड़िया फिरदा, मिट्टी नहीं है। हर चीज है जिहड़ी अपने आपे ते खड़ी। साड़ा साड़ा शरीर है, कहो वाहिगुरू, ये धरती ते खड़िया, क्यों मिट्टी है, खड़िया नहीं खड़िया। आड़ी साडे अंदर दी हवा जिहनूं साह कहने, ये साह जिहड़ा ब्रह्मंड दे साह नाल मिलिया होवे, कहो वाहिगुरू। जे कदी नक बंद करो, मुंह बंद कर दो, क्यों मेरी तां जान ही नहीं पई। साह बाहर आउंदा अंदर जांदा, बाहर आउंदा अंदर जांदा। फिर जिहड़ी साडी अग है शरीर दे विच, जठा नां दी अग है, अग है जिहड़ी, ये गल्लां समझण वालियां हन। गुरु की संग शरीर दे विच अग है। अग की अग नहीं, सर्दी ज्यादा ठंड लगदी, कहो वाहिगुरू। की करदे? बोलदे नहीं, हीटर नहीं लाउंदे, गर्म कपड़े नहीं पाउंदे। शरीर दे अंदर अग है। जे वो माफ करना, जे वो गर्म कपड़े ना पाए, जिवें ठंड लग गई, ठंड लग गई की मतलब अंदरों गर्मी घट गई। जे साध संगत जी गर्मी ज्यादा होवे की हुंदा? पखे चलाउंदे, एसी चलाउंदे, इहदे अंदर साध संगत जी हवा है। माफ करना, साध संगत जी साह नाल जुड़िया है। गर्मी बाहरी दुनिया की गर्मी नाल जुड़ी है, सूरज की गर्मी नाल जुड़ी है। माफ करना, गुरु की संगत इस तरह अखां की रोशनी जिहड़ी, कहो वाहिगुरू, ये सूरज की रोशनी नाल जुड़ी। पहले वाहिगुरू नेरे च कोई दिखदा? बोलदे नहीं, अखां हुंदियां, दिखदा कुछ नेरे च? बोलदे क्यों नहीं? दिखदा? अखां की रोशनी जिहड़ी सूरज की रोशनी नाल जुड़ी है, लाइट नाल जुड़ी है। हुंदा ना तदे तां दीवे जगाउंदे। अखां की रोशनी रोशनी नाल जुड़ी है, हवा हवा नाल जुड़ी है, सास अग अग नाल जुड़ी है। ए मिट्टी शरीर मिट्टी 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 नाल जुड़ी है। जिथे पंजे तत्त जुड़े ने, इवें साडी आत्मा वाहिगुरू नाल जुड़ी कर बिछड़ी हुई है। उसको विछड़ के गुरु की संगत अनेकां पुन्ना पापां दा शिकार हो रहा है। कसम छोड़ दूजे लगे डुबे सेवन ग्यारिया। तदे गुरु जी कहते हैं, तू शरीर नहीं मन तू जो स्वरूप है, अपना मूल पहचान। मन हर जी तेरे नाल है, गुरमति हर मान तेरे नाल है, तेरे अंदर है, तेरे अंदर ही है। माफ करना, वो किते दूर नहीं है। वो जो तू करना वो देख रहा है, वो देख रहा, अख किते फुंकार के देख रहा है, वो तेरे अंदर रहिंदा होया। माफ करना, अविद्या दे पर्दे करके, जहालत दे पर्दे करके, माया दे पर्दे करके साधो ए जग भरम भलाना, तू ओनू भुल गया है।
ਮਾਇਆ ਦੇ ਪਰਦੇ ਕਰਕੇ ਉਹ ਤੈਨੂੰ ਨਜ਼ਰ ਨਹੀਂ ਆਉਂਦਾ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਪਕਾਨਾ। ਤਦੇ ਕਬੀਰ ਜੀ ਨੇ ਕਿਹਾ ਸੀ ਕੌਣ ਬੋਲਦਾ ਹੈ ਜਦ ਸਰੀਰ ਚੋਂ ਸਵਾਸ ਨਿਕਲ ਗਏ ਬਾਅਦ ਚ ਰੋਂਦੇ ਹਨ। ਕਿਹਨੂੰ ਰੋਂਦੇ ਨੇ? ਉਹ ਤਦੇ ਕਹਿਣਾ ਕਬੀਰ ਜੀ ਨੇ ਕਿਹਾ ਸੀ ਮੈਂ ਨਾ ਮਰੋ ਮਰਬੋ ਸੰਸਾਰ, ਮੈਂ ਨਹੀਂ ਮਰੂੰਗਾ। ਕਹਿੰਦੇ ਨੇ ਕਬ ਹੈ ਸੰਸਾਰ ਮਰੇਗਾ ਕਿਉਂ? ਅਬ ਮਿਲਿਓ ਜੀਵਨ ਹਾਰਾ, ਮੈਨੂੰ ਉਹ ਪਰਿਪੂਰਨ ਵਾਹਿਗੁਰੂ ਜਿਹੜਾ ਕਦੀ ਮਰਦਾ ਨਹੀਂ। ਪਾਣੀ ਦੀ ਬੂੰਦ ਸਮੁੰਦਰ ਚ ਮਿਲ ਗਈ, ਉਹਨੂੰ ਕੋਈ ਸਮੁੰਦਰ ਤੋਂ ਜੁਦਾ ਨਹੀਂ ਕਰ ਸਕਦਾ। ਜਿਹੜੇ ਨਾਮ ਜਪਦੇ ਜਪਦੇ ਵਾਹਿਗੁਰੂ ਚ ਮਿਲ ਗਿਆ ਉਹ ਵੀ ਵਾਹਿਗੁਰੂ ਤੋਂ ਜੁਦਾ ਨਹੀਂ ਹੋ ਸਕਦੇ। ਤਦੇ ਕਿਹਾ ਨਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜੂ ਪਾਣੀ ਸੰਖਾਣੀ। ਤਦੇ ਕਬੀਰ ਜੀ ਨੇ ਕਿਹਾ ਸੀ ਕੌਣ ਬੋਲਦਾ? ਰਮ ਬੋਲੇ ਰਮ ਬੋਲੇ ਰਮ ਬੋਲਦਾ, ਰਮ ਬੋਲੇ ਰਮ ਬੋਲੇ ਰਮ ਬੋਲਦਾ, ਰਮ ਬੋਲੇ ਰਮ ਬੋਲੇ ਰਮ ਬੋਲਦਾ, ਰਮ ਬੋਲੇ ਰਮ ਬੋਲੇ ਰਮ ਬੋਲਦਾ। ਸਾਰਿਆਂ ਦੇ ਅੰਦਰ ਹੈ, ਧਰਤੀ ਦੇ ਥਾਂ ਤੇ ਧਰਤੀ ਦੇ ਥੱਲੇ ਹਰ ਥਾਂ ਪਾਣੀ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਧਰਤੀ ਦੇ ਥੱਲੇ ਪਾਣੀ ਨਹੀਂ ਹੈ। ਇਸ ਤਰ੍ਹਾਂ ਹਰ ਹਿਰਦੇ ਦੇ ਵਿੱਚ ਵਾਹਿਗੁਰੂ ਹੈ। ਧਰਤੀ ਤੇ ਜਿਸ ਥਾਂ ਤੇ ਬੋਰ ਕਰ ਲਿਆ ਉੱਥੇ ਪਾਣੀ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਨੇ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ। ਜਿਨ੍ਹਾਂ ਨੇ ਨਹੀਂ ਜਪਿਆ ਵਾਹਿਗੁਰੂ ਸਾਰਿਆਂ ਦੇ ਅੰਦਰ ਉਸੇ ਤਰ੍ਹਾਂ ਹੀ ਹੈ। ਇਹ ਜਿਹੜੇ ਚਾਰ ਪਾਹੇ ਨੇ, ਮਿਰਗ ਦੀ ਆਪਣੀ ਨਾਭੀ ਦੇ ਵਿੱਚ ਕਸਤੂਰੀ ਹੈ, ਉਹਨੂੰ ਸੁਗੰਧੀ ਆਉਂਦੀ ਹੈ, ਸਮੈਲ ਆਉਂਦੀ ਹੈ, ਦੌੜਦਾ। ਉਹ ਸੋਚਦਾ ਕਿ ਇਹ ਸਮੈਲ ਜਾਂ ਸੁਗੰਧੀ ਉਹਨੂੰ ਕਿਤੋਂ ਬਾਹਰੋਂ ਆ ਰਹੀ, ਬੜਾ ਦੌੜਦਾ, ਉਹਨੂੰ ਭਾਲਦਾ, ਉਹ ਚਾਹੁੰਦਾ ਕਿ ਸੁਗੰਧੀ ਮਿਲ ਜਾਏ। ਗੁਰੂ ਕੀ ਸੰਗ ਇੰਨਾ ਦੌੜਦਾ, ਦੌੜ ਦੌੜ ਕੇ ਥੱਕ ਜਾਂਦਾ, ਟੁੱਟ ਜਾਂਦਾ, ਥੱਕ ਕੇ ਟੁੱਟ ਕੇ ਹਾਰ ਕੇ ਡਿੱਗ ਪੈਂਦਾ। ਇਹ ਚਾਰ ਪਾਹੇ, ਚਾਰ ਪੈਰਾਂ ਵਾਲੇ ਜਿੰਨੇ ਵੀ ਇਹ ਸਾਧ ਸੰਗਤ ਜਾਨਵਰ ਨੇ, ਕੁੱਤੇ ਹੋਏ, ਘੋੜੇ ਹੋਏ, ਮਾਫ ਕਰਨਾ ਮੱਝਾਂ ਗਊਆਂ ਹੋਈਆਂ, ਜਾਂ ਚਾਰ ਪੈਰਾਂ ਵਾਲੇ ਜਿੰਨੇ ਵੀ ਜਾਨਵਰ ਨੇ, ਇਹ ਜਦੋਂ ਆਰਾਮ ਕਰਦੇ ਨੇ ਚਾਰੇ ਪੈਰ ਇਕੱਠੇ ਕਰਕੇ ਸਤਸੰਗ ਜੀ ਆਪਣਾ ਮੂੰਹ ਹੈ ਜਿਹੜਾ, ਬੂਥੀ ਹੈ ਜਿਹੜੀ, ਉਹ ਨਾਭੀ ਵੱਲ ਨੂੰ ਕਰਕੇ ਫਿਰ ਸਤਸੰਗ ਦੇੜਦੇ ਨੇ। ਜਦੋਂ ਉਹ ਮਿਰਗ ਸਤਸੰਗ ਥੱਕ ਕੇ ਟੁੱਟ ਕੇ ਡਿੱਗ ਪੈਂਦਾ, ਆਪਣੀ ਸਤਸੰਗ ਉਹ ਬੂਥੀ ਹੈ ਜਿਹੜੀ ਉਹ ਨਾਭੀ ਵੱਲ ਨੂੰ ਕਰਦਾ। ਜਦੋਂ ਨਾਭੀ ਵੱਲ ਨੂੰ ਕਰਦਾ ਕਹਿੰਦਾ ਓਹੋ ਮੈਂ ਤਾਂ ਐਵੇਂ ਦੌੜਿਆ ਫਿਰਦਾ ਸੀ, ਜਿਸ ਸੁਗੰਧੀ ਨੂੰ ਕਸਤੂਰੀ ਨੂੰ ਬਾਹਰ ਭਾਲਦਾ ਸੀ, ਇਹ ਤਾਂ ਤੇਰੇ ਅੰਦਰ ਹੀ ਹੈ। ਸਾਧ ਸੰਗਤ ਉਹ ਵਾਹਿਗੁਰੂ ਸਾਰਿਆਂ ਦੇ ਅੰਦਰ ਹੀ ਹੈ। ਆਪਾਂ ਦੇਖਦੇ ਹਾਂ ਜੇ ਦੁੱਖਾਂ ਦਾ ਸਮਾਂ ਆਉਂਦਾ ਬੜੇ ਬੜੇ ਮੁੱਖ ਮੋੜ ਜਾਂਦੇ ਹਨ। ਸਾਧ ਸੰਗਤ ਸਾਰੇ ਘਰ ਦੇ ਵੀ ਸਾਥ ਛੱਡ ਜਾਂਦੇ ਨੇ। ਇੱਥੋਂ ਤੱਕ ਕਿ ਬੰਦਾ ਸਾਧ ਸੰਗਤ ਦੇ ਸਮੇਂ
ਕਿਤੇ ਟਿਕਾਈ ਨਹੀਂ ਆਉਂਦੀ, ਫਿਰ ਕਿਤੇ ਆਉਂਦਾ, ਫਿਰ ਗੁਰੂ ਘਰ ਆਉਂਦਾ। ਮਾਫ ਕਰਨਾ, ਇੱਥੇ ਆ ਕੇ ਨਮਸਕਾਰ ਕਰਦਾ, ਬਾਣੀ ਪੜ੍ਹਦਾ, ਸੁਣਦਾ, ਫਿਰ ਇਹਨੂੰ ਕੋਈ ਸ਼ਾਂਤੀ ਮਿਲਦੀ। ਸ਼ਾਂਤੀ ਪਹਿਲਾਂ ਵੀ ਵਹਿਮ ਦੇ ਨਾਮ ਵਿੱਚ ਹੈ। ਰੇਤੇ ਦੇ ਵਿੱਚੋਂ ਤੇਲ ਨਹੀਂ ਨਿਕਲਣਾ, ਤੇਲ ਤਾਂ ਤਿਲਾਂ ਦੇ ਵਿੱਚੋਂ ਨਿਕਲਣਾ। ਸੁਰਗ ਵਹਿਮ ਪਰਮੇਸ਼ਰ ਦੇ ਨਾਮ ਵਿੱਚ ਹਨ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਗਤ ਜਲੰਧਰ ਦਾ ਉਧਾਰ ਕਰਦੇ ਕਰਦੇ ਕਿਸੇ ਮੌਕੇ ਸੇਖੇ ਬਰਨਾਲੇ ਦੀ ਧਰਤੀ ਤੇ ਪੁੱਜੇ। ਬੜੇ ਬੜੇ ਉਦਾਸੀ ਸੰਨਿਆਸੀ ਮਤ ਦੇ ਮਹਾਤਮਾ ਸਾਧ ਸੰਗਤ ਜੀ, ਜਿਹੜੇ ਜੰਗਲਾਂ ਦੇ ਵਿੱਚ ਸਾਸਨ ਰੱਬ ਨਹੀਂ ਸੀ, ਉਹ ਜੰਗਲਾਂ ਦੇ ਵਿੱਚ ਰੱਬ ਕਿਤੇ ਜੰਗਲਾਂ 'ਚ ਥੋੜਾ ਬੈਠਾ ਸੀ। ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਉਣਾ ਸੁਣ ਕੇ ਕਿ ਨੌਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਗੱਦੀ ਨਸ਼ੀਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਇਲਾਕੇ ਵਿੱਚ ਆਏ ਹਨ। ਭਾਗਾਂ ਵਾਲੀਆਂ ਸੰਗਤਾਂ ਸਾਸਨ ਨੂੰ ਫਾਇਦਾ ਉਠਾਇਆ ਕਰਦੀਆਂ ਹਨ। ਇਹ ਖੈਰ ਜਦੋਂ ਉਦਾਸੀ ਸੰਨਿਆਸੀ ਮਤ ਤੇ ਮਹਾਤਮਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਉਣਾ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਪੁੱਜੇ। ਖੈਰ ਵਿਚਾਰ ਵਟਾਂਦਰਾ ਚੱਲ ਪਿਆ। ਅੱਜ ਕੱਲ੍ਹ ਤਾਂ ਬਹਿਸਬਾਜ਼ੀ ਕਰੀ ਜਾਣਗੇ, ਚਰਚਾ ਕਰੀ ਜਾਣਗੇ। ਉਹਨੇ ਆਪਣੇ ਆਪ ਨੂੰ ਇਹ ਨਹੀਂ ਭਗਤੀ ਹੈ, ਆਪਣੇ ਆਪ ਨੂੰ ਜਨਾਉਣਾ। ਆਪਣੇ ਆਪ ਨੂੰ ਜਨਾਉਣਾ ਭਗਤੀ ਨਹੀਂ, ਭਗਤੀ ਤਾਂ ਆਪਣੇ ਆਪ ਨੂੰ ਗਵਾਉਣਾ ਹੈ। ਭਗਤੀ ਜਨਾਉਣਾ ਨਹੀਂ ਹੈ, ਭਗਤੀ ਦਾ ਗਵਾਉਣਾ, ਆਪਣਾ ਆਪਾ ਗਵਾਉਣਾ ਹੈ। ਆਪ ਗਵਾਈਏ ਤਾਂ ਸੋ ਪਾਈਏ। ਆ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ, ਅੱਜ ਕਹਿੰਦੇ ਫਲਾਣਾ ਇੰਜ ਹੋ ਗਿਆ। ਆ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ, ਅੱਜ ਕਹਿੰਦੇ ਫਲਾਣਾ ਇੰਜ ਹੋ ਗਿਆ, ਉੰਝ ਹੋ ਗਿਆ। ਕਿੰਨੇ ਧਰਮ ਚੱਲ ਨੇ। ਸਾਧ ਸੰਗਤ ਜੀ, ਔਰੰਗਜ਼ੇਬ ਨੇ ਬੜੀ ਕੋਸ਼ਿਸ਼ ਕੀਤੀ ਸੀ ਔਰੰਗਜ਼ੇਬ ਨੇ ਕਿ ਇੱਕ ਹਿੰਦੁਸਤਾਨ 'ਚ ਇਸਲਾਮ ਹੀ ਪੈਦਾ ਕਰ ਦੇਗਾ। ਪਰ ਸਾਧ ਸੰਗਤ ਜੀ, ਧਰਮ ਕਿਤੇ ਤਲਵਾਰ ਦੇ ਬਲ ਨਾਲ ਨਹੀਂ ਚੱਲਦੇ, ਧਰਮ ਕਿਤੇ ਪਖੰਡ ਨਾਲ ਨਹੀਂ ਚੱਲਦੇ। ਧਰਮ ਉਹੀ ਚੱਲਦਾ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ, ਜਿਹੜਾ ਵਾਹਿਗੁਰੂ ਦੇ ਹੁਕਮ ਵਿੱਚ ਚੱਲਿਆ ਕਰਦਾ। ਇੱਕ ਦਿਨ ਬਾਬੇ ਬਕਾਲੇ ਦੀ ਧਰਤੀ 22 ਮੱਝੀਆਂ ਲੱਗੀਆਂ। ਅੱਜ ਵੀ ਅਸੀਂ ਦੇਖਦੇ ਹਾਂ ਗੁਰੂ ਕੀ ਸੰਗਤ ਕਿੰਨੇ ਮੱਤਚਾਰਾਂ ਨੇ, ਕਿੰਨੀ ਵਿਰੋਧਤਾ ਹੋਈ, ਖੋ ਰਹੀ ਹੈ ਗੁਰੂ ਘਰ ਦੀ। ਪਰ ਗੁਰੂ ਕੀ ਸੰਗਤ ਕਈ 5 ਸ਼ਬਦਾਂ ਦੀ ਗੱਲ, ਕੋਈ 3 ਸ਼ਬਦਾਂ ਦੀ ਗੱਲ, ਜਿਹੜੇ ਲੋਕ ਗੁਰੂ ਕੀ ਸੰਗਤ ਬਾਣੀ ਦੇ ਵੀ ਕਿੰਤੂ ਪਰੰਤੂ ਕਰਦੇ ਨੇ, ਇਹ ਹੈ ਉਹ ਹੈ, ਆਪਣੇ ਮਨ ਦੇ ਮੁਤਾਬਕ ਖਾਲਸਾ ਜੀ ਗੱਲਾਂ ਕਰਦੇ ਹਨ। ਪਰ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਹੁੰਦਾ ਉਹ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਜਿਹੜਾ ਪਰਮੇਸ਼ਰ ਨੂੰ ਭਾਉਂਦਾ ਨਹੀਂ, ਉਹ ਗੁਰੂ ਕੀ ਸੰਗਤ ਕਦੇ ਵੀ ਹੋ ਨਹੀਂ ਸਕਿਆ ਕਰਦਾ। ਇਹ ਖੈਰ ਸਾਧ ਸੰਜੋਗੀ ਉਦਾਸੀ ਸੰਨਿਆਸੀ ਬੜੇ ਬੜੇ ਮੱਤਾਂ ਦੇ ਮਹਾਤਮਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਉਣਾ ਸੁਣ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪੁੱਜੇ। ਗੁਰੂ ਕੀ ਸੰਗਤ ਜਰਾ ਧਿਆਨ ਦੇਣਾ ਪਵੇਗਾ। ਤੇ ਚਾਰ ਵਟਾਂਦਰਾ ਚੱਲ ਪਿਆ। ਗੁਰੂ ਸਾਹਿਬ ਦੇ ਚਰਨਾਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਉਸ ਮੌਕੇ ਇਹਨਾਂ ਜੋਗੀਆਂ ਸੰਨਿਆਸੀਆਂ ਉਦਾਸੀਆਂ ਨੂੰ ਗੁਰੂ ਸਾਹਿਬ ਲੱਗੇ ਕਹਿਣ, ਤੁਸੀਂ ਜੰਗਲਾਂ ਵਿੱਚ ਕੀ ਕਰਨ ਵਾਸਤੇ ਆਏ? ਮਾਫ ਕਰਨਾ ਗੁਰੂ ਕੀ ਸੰਗਤ ਅੱਜ ਕੱਲ੍ਹ ਜਿਹੜੇ ਉਹ ਚਰਚਾ ਕਰੀ ਜਾਣਗੇ। ਗੁਰੂ ਕੀ ਸੰਗਤ ਚਰਚਾ ਕਰੀ ਜਾਣਗੇ। ਕੀ ਕਹੀ ਜਾਣਗੇ? ਲਓ ਜੀ, ਆਹ ਤਾਂ ਗ੍ਰਸਥ ਜੀਵਨ ਬਹੁਤ ਉੱਚਾ ਹੈ ਜੀ, ਗ੍ਰਸਥ ਜੀਵਨ ਬੜਾ ਉੱਚਾ ਤੇ ਸੁੱਚਾ ਹੈ ਜੀ। ਇਹ ਤਾਂ ਬਾਤਮਾ ਤਾਂ ਜੀ ਐਵੇਂ ਵਾਧੂ ਤੁਰੇ ਫਿਰਦੇ ਨੇ ਜੀ। ਅੱਜ ਤੱਕ ਕਿ ਤੁਹਾਨੂੰ ਕੀ ਪਤਾ ਸਾਧ ਸੰਗਤ ਗੁਰੂ ਘਰ ਦੀ ਮਰਿਆਦਾ ਕਿ ਅੱਜ ਤੱਕ ਸੱਚਖੰਡ ਹਜ਼ੂਰ ਸਾਹਿਬ ਦਾ ਜਥੇਦਾਰ ਉਹ ਬਣ ਸਕਦਾ ਜਿਹੜਾ ਵਰਤ ਹੋਵੇ, ਜਿਹਨੇ ਸ਼ਾਦੀ ਨਾ ਕਰਵਾਈ ਹੋਵੇ। ਸੱਚਖੰਡ ਹਜ਼ੂਰ ਸਾਹਿਬ 5 ਤਖਤਾਂ ਦੇ ਵਿੱਚੋਂ ਐਸਾ ਤਖਤ ਹੈ ਜਿਹਦਾ ਜਥੇਦਾਰ ਅੱਜ ਤੱਕ ਸਾਸਕ ਉਹ ਬਣ ਸਕਦਾ ਜਿਹਨੇ ਸ਼ਾਦੀ ਨਾ ਕਰਵਾਈ ਹੋਵੇ। ਗਿਰਤੀ ਹੈ ਚਾਹੇ ਵਰਤ ਹੈ। ਅਮਰ ਸ਼ਹੀਦ ਬਾਬਾ ਦੀਪ ਸਿੰਘ ਮਹਾਰਾਜ ਗੁਰੂ ਕੀ ਸੰਗਤ ਜਦੋਂ ਕਲਗੀਧਰ ਪਾਤਸ਼ਾਹ ਇੱਕ ਗੱਲ ਨੂੰ ਸਮਝਾਉਣ ਲੱਗੇ ਕਿ ਦਲੀਲਾਂ ਜਿਹੜੀਆਂ ਪੈਂਦੀਆਂ ਨੇ, ਇਹ ਨਹੀਂ ਹੈ ਕਥਾ ਕੀਰਤਨ ਕਵਾਇ ਕਿ ਉੱਠ ਕੇ ਨਿੰਦਾ ਕਰਤੀ, ਕਦੀ ਚੁਗਲੀ ਕਰਤੀ, ਮਾਫ ਕਰਨਾ, ਫਿਰ ਵੇਖ ਕੇ ਸੜੀ ਜਾਣਾ। ਜਿਵੇਂ ਅੱਜ ਕੱਲ੍ਹ ਗ੍ਰੰਥੀਆਂ ਸਿੰਘਾਂ ਦੀ ਨਾ ਚੰਗਾ ਤਵਾ ਲੱਗਦਾ ਥਾਂ ਥਾਂ ਹੈ। ਔਰ ਇਹ ਗ੍ਰੰਥੀਆਂ ਨੂੰ ਕੀ ਪਤਾ, ਰਾਗੀਆਂ ਨੂੰ ਕੀ ਪਤਾ, ਫਲਾਣੇ ਨੂੰ ਕੀ ਪਤਾ। ਕਹੋ ਵਾਹਿਗੁਰੂ, ਇਹ ਪਦਵੀ ਕੋਈ ਛੋਟੀ ਪਦਵੀ ਨਹੀਂ ਹੈ। ਕਹੋ ਵਾਹਿਗੁਰੂ। ਦਾਸ ਨੇ ਪਿਛਲੇ ਦਿਨ ਇੱਕ ਕੀਰਤਨ ਬੇਨਤੀ ਕੀਤੀ ਸੀ। ਸੰਤ ਬਾਬਾ ਈਸ਼ਰ ਸੰਰਾੜੇ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਦਮਦਮੀ ਟਕਸਾਲ ਦੇ ਮੁਖੀ, ਸੰਤ ਬਾਬਾ ਅਤ ਸਿੰਘ ਮਸਤੂ ਆਣੇ ਵਾਲੇ, ਜਿਨ੍ਹਾਂ ਨੂੰ 720ਵੀਂ ਸਦੀ ਦੇ ਅਵਤਾਰ ਮੰਨਿਆ, ਸੰਤ ਮਾਰਗ ਦੇ ਬਾਨੀ ਮੰਨਿਆ। ਇਹ ਤੋਂ ਤੱਕ ਸੰਤ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਤੇ ਜਿੰਨੇ ਮਹਾਂਪੁਰਖ ਹੋਏ ਨੇ ਵੱਡੇ ਵੱਡੇ ਖਾਲਸਾ ਜੀ, ਇਹ ਬਿਨਾਂ ਗ੍ਰੰਥੀ ਸਿੰਘ ਤੋਂ ਕਿਸੇ ਹੋਰ ਤੋਂ ਸਿਰੋਂ ਪਾਉ ਨਹੀਂ ਸੁਣ ਲੈਂਦੇ। ਗ੍ਰੰਥੀ ਸਿੰਘ ਗੁਰੂ ਕਾ ਵਜ਼ੀਰ ਹੈ। ਸਾਧ ਸੰਗਤ ਜੀ ਮਾਫ ਕਰਨਾ, ਆਪਾਂ ਜਦ ਅਰਦਾਸ ਹੁੰਦੀ ਬਾਅਦ ਹੁਕਮਨਾਮਾ ਲਿਆ ਜਾਂਦਾ, ਗ੍ਰੰਥੀ ਸਿੰਘ ਗੁਰੂ ਦਾ ਹੁਕਮ ਸੁਣਾਉਂਦਾ। ਜਿਵੇਂ ਸਾਧ ਸੰਗਤ ਕਿਸੇ ਰਾਜੇ ਦੀ ਦੂਜੇ ਮੁਲਕ ਦੇ ਬਾਦਸ਼ਾਹ ਨਾਲ ਲੜਾਈ ਹੋ ਜੇ, ਰਾਜਾ ਆਪਣੇ ਗੁਰੂ ਕੀ ਸੰਗਤ ਵਜ਼ੀਰ ਨੂੰ, ਡਿਫੈਂਸ ਮਿਨਿਸਟਰ ਨੂੰ ਕਹਿ ਲਓ, ਵਜ਼ੀਰ ਨੂੰ ਕਹੂਗਾ ਵੀ ਇੰਜ ਕਰੋ, ਫੌਜਾਂ ਨੂੰ ਹੁਕਮ ਦਿਓ, ਮੇਰਾ ਹੁਕਮ ਸੁਣਾਓ ਜਾ ਕੇ। ਗੁਰੂ ਕੀ ਸੰਗਤ ਵੀ ਆਹ ਹੁਕਮ ਹੈ। ਸਾਧ ਸੰਗਤ ਇਵੇਂ ਵਜ਼ੀਰ ਜਿਹੜਾ ਗ੍ਰੰਥੀ ਸਿੰਘ ਇਹ ਗੁਰੂ ਦਾ ਹੁਕਮ ਸੁਣਾਉਂਦਾ। ਆਪਾਂ ਅਰਦਾਸ ਦਾ ਹੁਕਮਨਾਮਾ ਲੈਂਦੇ ਹਾਂ। ਹੁਕਮਨਾਮਾ ਕੌਣ ਸੁਣਾਉਂਦਾ? ਹੁਕਮਨਾਮਾ ਸਾਨੂੰ ਗ੍ਰੰਥੀ ਸਿੰਘ ਸੁਣਾਉਂਦਾ। ਤਦੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਗ੍ਰੰਥੀ ਸਿੰਘ ਸਾਡਾ ਵਜ਼ੀਰ ਹੈ।
ਸੋ ਕੀ ਸੰਗਤ ਦਾ ਧਿਆਨ ਦੇਣਾ ਪਵੇਗਾ। ਸਾਧ ਸੰਗਤ ਸਮੇਂ ਦੀ ਇੰਤਜ਼ਾਰ ਕਰਨੀ ਪੈਂਦੀ ਹੈ। ਅੱਜ ਕੱਲ ਤਾਂ ਤੂੰ ਛੋਟਾ ਸਿੱਖ, ਮੈਂ ਵੱਡਾ ਸਿੱਖ। ਜਿਨ੍ਹਾਂ ਵੀਰਾਂ ਨੇ ਅੰਮ੍ਰਿਤ ਛਕਿਆ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਅੰਮ੍ਰਿਤ ਅਸੀਂ ਮਿੱਠਾ ਛਕ ਲੈਂਦੇ ਹਾਂ, ਪਰ ਅੰਮ੍ਰਿਤ ਮਿੱਠਾ ਛਕ ਕੇ ਮਿੱਠਾ ਬੋਲਣਾ ਭੁੱਲ ਜਾਂਦੇ ਹਾਂ। ਮਿੱਠਾ ਅੰਮ੍ਰਿਤ ਛਕ ਕੇ ਸਾਡੇ ਵੀ ਕੀ ਹੁੰਦਾ, ਚਾਹੀਦਾ ਨਮਰਤਾ ਆਉਣੀ। ਆਓ ਭਾਈ ਸਾਹਿਬ ਜੀ, ਆਓ ਵੀਰ ਜੀ, ਜੋ ਦਿਸੇ ਗੁਰਸਿੱਖੜਾ ਤਿਸ ਨਿਵਲ ਮੈਂ ਲਾਗਾ ਭਾਈ ਜੀਓ। ਹਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦਿਓ ਮਲਾਈ ਜੀਓ। ਮਾਫ ਕਰਨਾ ਸਾਧ ਸੰਗਤ ਜੀ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਵੇਖ ਕੇ ਕਹਿਣ, ਉਹ ਅੰਮ੍ਰਿਤ ਛਕਣ ਲਈ ਮਜਬੂਰ ਹੋ ਜਾਣ। ਕਹੋ ਵਾਹਿਗੁਰੂ। ਬਈ ਅੰਮ੍ਰਿਤ ਛਕ ਕੇ ਬੰਦਾ ਇੰਨਾ ਚੇਂਜ ਹੋ ਜਾਂਦਾ। ਕਹੋ ਵਾਹਿਗੁਰੂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਸੱਤ ਬੰਦੇ ਵਿੱਚ ਅੰਮ੍ਰਿਤ ਛਕ ਕੇ ਇੰਨੀ ਨਮਰਤਾ ਆ ਜਾਂਦੀ, ਇੰਨੇ ਦੈਵੀ ਗੁਣ ਆ ਜਾਂਦੇ ਨੇ। ਆਓ ਭਾਈ ਸਾਹਿਬ ਜੀ, ਆਓ ਜੀ, ਆਓ ਗੁਰੂ ਘਰ ਚਲੀਏ ਜੀ, ਆਓ ਜੀ ਗੁਰੂ ਦੀ ਗੱਲ ਸੁਣ ਚਲੀਏ ਜੀ। ਇੰਨਾ ਪਿਆਰ ਨਾਲ ਬੋਲੀਏ, ਜਿੱਥੇ ਜਾਏ ਬਈਏ ਉੱਥੇ ਪੜਾ ਕਹੀਏ। ਸਿੱਖੀ ਆ ਹੈ, ਸਿੱਖੀ ਰੋਕ ਦੇਣਾ ਨਹੀਂ। ਕਹੋ ਵਾਹਿਗੁਰੂ। ਸਿੱਖੀ ਬਾਬਾ ਨਾਨਕ ਕਿੱਥੇ ਗਿਆ, ਉਹਨਾਂ ਇਨਸਾਨਾਂ ਤੇ ਗਿਆ ਜਿਹੜੇ ਇਨਸਾਨੀਅਤ ਦਾ ਰਾਹ ਭੁੱਲ ਚੁੱਕੇ ਸਨ। ਇਹਨਾਂ ਦਾ ਭਲਾ ਕਿੱਥੇ ਹੋਵੇਗਾ, ਇਹਨਾਂ ਦਾ ਭਲਾ ਕਿੱਥੇ ਹੋਵੇਗਾ। ਇਹ ਵਿਚਾਰੇ ਕਿਰਾਏ ਪੈ ਗਏ, ਇਹਨਾਂ ਦਾ ਭਲਾ ਕਿੱਥੇ ਹੋਵੇਗਾ, ਇਹਨਾਂ ਦਾ ਕੀ ਬਣੂਗਾ। ਕਿਹਨਾਂ ਕੋਲ ਗਿਆ, ਗੁਰੂ ਨਾਨਕ ਕੌਡੇ ਰਾਖਸ਼ ਵਰਗਿਆਂ ਕੋਲ ਗਿਆ। ਬੱਲੇ ਬੱਲੇ ਬੱਲੇ, ਕੌਡੇ ਰਾਖਸ਼ ਵਰਗਿਆਂ ਕੋਲ ਗਿਆ। ਮਾਫ ਕਰਨਾ, ਗੁਰੂ ਨਾਨਕ ਭੂਮੀ ਚੋਰ ਕੋਲ ਗਿਆ। ਗੁਰੂ ਨਾਨਕ ਕਿੱਥੇ ਗਿਆ, ਗੁਰੂ ਕੀ ਸੰਗਤ, ਗੁਰੂ ਨਾਨਕ ਸੱਜਣ ਠੱਗ ਦੇ ਗਿਆ। ਗੁਰੂ ਨਾਨਕ ਕਿੱਥੇ ਗਿਆ, ਲਾਡੋ ਤਖਾਣ ਦੇ ਘਰੇ ਗਿਆ। ਕਹੋ ਵਾਹਿਗੁਰੂ। ਫਿਰ ਕਹਿ ਰਹੀ ਵਾਹਿਗੁਰੂ। ਮਾਫ ਕਰਨਾ, ਫਿਰ ਲਾਡੋ ਤਖਾਣ ਦੇ ਘਰੇ ਜਾ ਕੇ ਉਹਦੀ ਕੋਦਰੇ ਦੀ ਬਣੀ ਰੋਟੀ ਖਾਧੀ ਤੇ ਮਲਕ ਭਾਗੋ ਵਰਗਿਆਂ ਨੂੰ ਦੱਸ ਦਿੱਤਾ ਸੀ ਕਿ ਹਰਾਮ ਦੀ ਕਮਾਈ ਸਭ ਕੁਝ ਨਹੀਂ, ਸਭ ਕੁਝ ਤੇ ਧਰਮ ਦੀ ਕਿਰਪਾ, ਭਾਵੇਂ ਕੋਦਰੇ ਦੀ ਬਣੀ ਰੋਟੀ ਕਿਉਂ ਨਹੀਂ ਖਾ ਸਕਦੀ। ਗੁਰੂ ਬਾਬੇ ਨੇ ਆ ਗੱਲ ਜਨਾਈ। ਬਾਬਾ ਗਿਆ, ਇੱਕ ਕੋਈ ਮਹਾਤਮਾ ਸਨ, ਉਹ ਕਾਹਦਾ ਸੰਤ ਹੈ। ਕਹੋ ਵਾਹਿਗੁਰੂ। ਉਹ ਕਾਹਦਾ ਮਹਾਤਮਾ ਜਿਹੜਾ ਦੂਜੇ ਦੇ ਜੀਵਨ ਨੂੰ ਨਾ ਬਦਲ ਸਕੇ। ਮਾਫ ਕਰਨਾ ਗੁਰੂ ਕੀ ਸੰਗਤ, ਜਦ ਸਾਡਾ ਜੀਵਨ ਬਦਲੂਗਾ, ਦੂਜਿਆਂ ਦਾ ਜੀਵਨ ਆਪਣੇ ਆਪ ਬਦਲ ਜਾਏਗਾ। ਇੱਕ ਇੱਕ ਗੱਲ ਨੂੰ ਸਮਝਾਉਣ ਲੱਗਿਆ ਕਿ ਦਲੀਲਾਂ ਦੇਣੀਆਂ ਪੈਂਦੀਆਂ, ਕਿ ਪ੍ਰਮਾਣ ਦੇਣੇ ਪੈਂਦੇ। ਗੁਰਬਾਣੀ ਤੇ ਪਿੰਗਲਾ ਨਾ ਕਰਕੇ ਜੇਕਰ ਆਉਂਦਾ, ਤੇ ਪਿੰਗਲਾ ਜਿਵੇਂ ਇੱਕ ਕਣਕਾਂ ਇੱਕ ਵੇਸਵਾ ਸੀ, ਇਵੇਂ ਪਿੰਗਲਾ ਵੀ ਇੱਕ ਵੇਸਵਾ ਸੀ। ਸ਼ਾਮ ਦਾ ਸਮਾਂ ਕਿਸੇ ਦਰਿਆ ਦੇ ਕੰਢੇ ਤੇ ਕੋਈ ਪੂਰਨ ਕਮਾਈ ਵਾਲੇ ਮਹਾਤਮਾ, ਮਹਾਤਮਾ ਦੀ ਜ਼ਿੰਦਗੀ ਕਿਹੋ ਜਿਹੀ, ਸਿੱਖ ਦਾ ਜੀਵਨ ਕਿਹੋ ਜਿਹਾ। ਜਿਵੇਂ ਫੁੱਲ ਦੇ ਕੋਲੋਂ ਸੁਗੰਧੀ ਆਉਂਦੀ, ਚੋਰ ਨੂੰ ਸੁਗੰਧੀ, ਠੱਗ ਨੂੰ ਸੁਗੰਧੀ, ਸੰਤ ਨੂੰ ਸੁਗੰਧੀ, ਯਾਨੀ ਫੁੱਲ ਦੇ ਕੋਲ ਜਿਹੜਾ ਵੀ ਤੁਰ ਜੇ ਉਹਨੂੰ ਸੁਗੰਧੀ ਦਿੰਦਾ। ਇਹੋ ਜਿਹਾ ਸੁਭਾਅ ਮਹਾਤਮਾ ਦਾ, ਨਾਮ ਜਪਣ ਵਾਲੇ ਦਾ, ਭਜਨ ਕਰਨ ਵਾਲੇ ਦਾ। ਖਾਲਸਾ ਦੀ ਮਨਮੁਖ ਦਾ, ਸਾਗਰ ਦਾ ਸੁਭਾਅ ਕਿਹੋ ਜਿਹਾ, ਕੰਡੇ ਵਰਗਾ ਹੈ। ਉਹ ਜਿੱਥੇ ਵੀ ਜਾਏਗਾ ਕੰਡੇ ਨੂੰ ਵਜਣਾ ਹੀ ਵਜਣਾ, ਉਹਨੇ ਲਿਹਾਜ਼ ਤਾਂ ਨਹੀਂ ਕਰਨਾ। ਐਵੇਂ ਥੋੜਾ ਕਿਹਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਮ ਮੰਡਲ ਮੰਡਾ ਹੈ। ਐਵੇਂ ਨਹੀਂ ਕਿਹਾ ਖਾਲਸਾ ਸੰਗ ਜੀ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਟਕਾ ਡੰਡੌਤ ਪੁਨ ਵੱਡਾ ਹੈ। ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਸਾਖਤ ਪੁਰਸ਼ ਹੈ ਜਿਹੜਾ ਨਾਮ ਦੇ ਰਸ ਨੂੰ ਜਾਣ ਨਹੀਂ ਸਕਦਾ, ਕਿਉਂਕਿ ਉਹਦੇ ਅੰਦਰ ਇੱਕ ਹਉਮੈ ਰੂਪੀ ਕੰਡਾ। ਜਿਵੇਂ ਸਾਡੇ ਪੈਰ 'ਚ ਕੰਡਾ ਲੱਗ ਜੇ, ਆਪਾਂ ਤੁਰਦੇ ਹਾਂ, ਕਿੰਨੀ ਦਰਦ ਹੁੰਦੀ ਹੈ, ਕਿੰਨਾ ਦੁੱਖ ਹੁੰਦਾ, ਕਿੰਨੀ ਤਕਲੀਫ ਹੁੰਦੀ ਹੈ। ਮਾਫ ਕਰਨਾ ਸਾਧ ਸੰਗਤ ਜੀ, ਜਿਵੇਂ ਵਿੱਚ ਚੱਲਦੇ ਦੁੱਖ ਹੁੰਦੀ ਕਿ ਨਹੀਂ ਹੁੰਦੀ, ਜਿੰਨ ਚਿਰ ਕੰਡਾ ਨਹੀਂ ਨਿਕਲਦਾ। ਮਾਫ ਕਰਨਾ, ਅੱਗੇ ਦੱਸਣਾ ਕੀਤਾ, ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਉਹ ਸਾਖਤਪੁਰ ਦੇ ਅੰਦਰ ਜਿਹੜਾ ਹਉਮੈ ਦਾ ਕੰਡਾ ਹੈ, ਉਹ ਵੱਧਦਾ ਲੱਗਿਆ ਜਾਂਦਾ। ਉਹ ਮੈਂ ਆਹ ਕਰਦਾ, ਮੈਂ ਆਹ ਕਰਦਾ, ਮੇਰੇ ਵਰਗਾ ਕੋਈ ਨਹੀਂ। ਦੂਜੇ ਨੂੰ ਨੀਵਾਂ ਸਮਝਣਾ, ਪਰ ਨਹੀਂ ਸਾਧ ਸੰਗਤ ਜੀ, ਜੇ ਉੱਚੇ ਹੋ ਤਾਂ ਨੀਵਿਆਂ ਨੂੰ ਉੱਚੇ ਕਰੋ। ਕਹੋ ਵਾਹਿਗੁਰੂ। ਜੇ ਅਰੋਗ ਹੈ, ਆਪ ਸੁਖੀ ਹੈ ਤਾਂ ਦੁਖੀਆਂ ਦੀ ਬਾਂਹ ਫੜੋ। ਖਾਲਸਾ ਜੀ ਮਹਾਂਪੁਰਖ ਕਰਿਆ ਕਿਆ ਕਰਦੇ ਸਨ, ਗੁਰਬਾਣੀ ਦੱਸਦੀ ਵੀ ਐਸਾ ਹੀ ਹੈ। ਗੁਰੂ ਕੀ ਸੰਗਤ ਕਿਆ ਉਹ ਪਿੰਗਲਾ ਨਾਂ ਦੀ ਬੇਸਵਾ ਮਹਾਤਮਾ ਕਥਾ ਕਰ ਕੇ ਪਤੀ ਵਰਤਾ ਔਰਤ ਧਰਮ ਤੇ ਗੱਲ ਚੱਲ ਪਈ। ਮਾਫ ਕਰਨਾ ਪਤੀ ਵਰਤਾ ਤੇ ਧਰਮ ਤੇ ਗੱਲ ਚੱਲ ਪਈ। ਗੁਰੂ ਕੀ ਸੰਗਤ, ਪਤੀ ਵਰਤਾ ਔਰਤ ਹੈ ਜਿਹੜੀ ਆਪਣੇ ਪਤੀ ਨੂੰ ਆਪਣਾ ਰੱਬ ਸਮਝਦੀ, ਪਰਮੇਸ਼ਰ ਸਮਝੀ। ਮਹਾਤਮਾ ਕਥਾਕਾਰਾਂ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਇਸ ਤਰ੍ਹਾਂ ਮਹਾਤਮਾ ਨੇ ਬਹੁਤ ਲੰਬੀ ਕਥਾ ਸ਼ੁਰੂ ਕਰਤੀ ਕਿ ਉਹ ਔਰਤਾਂ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਨੂੰ ਪਤੀ ਸਮਝ ਕੇ ਸੇਵਾ ਨਹੀਂ ਕਰਦੀਆਂ, ਉਹਨਾਂ ਦਾ ਦਰਗਾਹ ਦੇ ਵਿੱਚ ਪਾਰ ਉਤਾਰਾ ਨਹੀਂ ਹੋਣਾ। ਕਰਮ ਚੰਗੇ ਸਨ। ਪਿੰਗਲਾ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਗਈ, ਉਹ ਸਾਖੀ ਪ੍ਰਥਾਏ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਮਹਾਂਪੁਰਖ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿੰਦੇ। ਕਹੋ ਉਹ ਸਾਂਝੀ ਗੱਲ ਕਰਦੇ ਹਨ, ਸਾਂਝੀ ਗੱਲ। ਅਸੀਂ ਲਾ ਕੇ ਗੱਲ ਕਰਦੇ। ਕਹੋ ਅਸੀਂ ਜਦ ਵੀ ਕੋਈ ਸਟੇਜ ਤੇ ਬੋਲਾਂਗੇ ਜਾਂ ਕਦਾ ਕੀਰਤਨ ਕਰਾਂਗੇ, ਲਾ ਕੇ ਗੱਲ ਕਰਾਂਗੇ।
ਲਾ के गल कहांगे बल्ले बल्ले बल्ले। कई तो कहणगे मैं तो ओदी एक बारी दी गल असीं गए, काफी बड़ा समागम सी, जेड़ा बोले ना तो ना रखिया भी कीर्तन दरबार, जेड़ा बोले फिर दस तू तो फिर नहीं जाता, सच तो बोलना का धर्म है ना, फर्ज है ना। बोल सो धर्मड़िया मूण कत धारी, राम सच सिख सच दा पुजारी, झूठ दा पुजारी नहीं। तो गुरु की संगत उत्ते जेड़ा बोले ज्यों संतां दी निंदा, ज्यों संतां दी निंदा। खैर काफी जने बोल के गए, कीर्त दाता समा सी, मैनू लगेगा संत जी टाइम लाओ। दास ने कहा भी बड़ी किरपा हुई, बहुत आनंद आया अज। अगे तो मैल सी जेड़ी नाम जप के धुपदी सी, अज बिना माफ करना नाम तू ही धुप गई। साध संग जी हमरे कपड़े निंदक धोए, बड़ा मजा आया। बड़ा दास ने कहा भी समा नहीं लाना, खेड़े पै गए नहीं संत जी टाइम लाओ, तुसीं नाराज हो गए। मैं कहा नहीं नाराज नहीं होए, दास तो खुश है, पर एक शर्त से टाइम लग सकता। कहते ने की? दास ने कहा भी ओड़ा बाहर लिख के लाया ना कीर्तन दरबार, ओदी थां ते लिख के ला दो भी निंदक दरबार, निंदा दा दरबार, ओ लिख के ला दो, फिर दास कीर्तन कर सकता है। खालसा जी मौका में खैर बड़ियां विचारां चलियां, रहो विचार इधर ना जाइए, ये रबी पढ़ाई कुछ होर है। सासों को महात्मा कथा करने, ओ पिंगला ना दी बेसवा ओदे कन्ना च आवाज पै गई। ओहो जब ते दर्शन भेटे साधु भले, दिन सो आए ओ दिन चंगा है, ओ जदों किसी रब दे प्यारे दी संगत मिलती है। ओ गुरु दा होवे सिख ते ओदे मुंह तो कलगीधर दे नां दी आवाज निकले, गुरु दा होवे सिख ते ओदी रस्सां तो गुरु नानक दा नाम निकले। सिख ओदी अखां च गुरु, भाई कन्हैया दी अखां च गुरु नहीं सी, सिख दी अखां च गुरु, ओदे कन्नां विच गुरु, ओदी रसना ते गुरु दी बाणी, ओदे हत्थां विच गुरु, घर दी सेवा, ओदे पैर गुरु दे राह ते सच्चे मार्ग चलदे आ, उस्तत करे जहान। खालसा जी जे सिख सिख बन जे, एक सिख ने प्यार कीता, कहो वाहिगुरू, एक सिख ने प्यार कीता, एक सिख ने प्यार कीता, रब दी लकाई नूं, रब दी दुनिया नूं, परमेश्वर दी बनाई सृष्टि दे बंदियां नूं प्यार कीता ते माफ करना ते कलगीधर ने बांह तो फड़ के भाई कन्हैया नूं गल ला लिया। बल्ले बल्ले कन्हैया तेनू पता लग गया सिक्खी कित्थे बसदी है, बल्ले बल्ले तेनू पता लग गया सिक्खी। आख्या सिखां नूं भाई कन्हैया ने सिक्खी नूं समझ लिया, रहो विचार दास बहुती दूर ना जावे। गुरु की संगत सिख दी दुनिया, बल्ले बल्ले दुनिया दी दो नीहां ने, दो राय दुनिया। एक कोई संत सीगे, माफ करना बड़ा प्रताप दिया, दुनिया के लोग दे चार बंदे नाल जुड़ गए, बल्ले बल्ले बड़ी चढ़ती कला। महात्मा तो साध संगत जी माफ करना, उन्हों का जीवन सिर्फ गुरु की वडियाई करना होंदा है, गुरु की संग गुरु तो बिना वो गल नहीं करते। वो महात्मा साध संगत जी खैर वो ध्यान देने वाली गल है, उन्होंने बड़ा प्रताप दिया, संगत का बड़ा घट होना शुरू हो गया। जो शुरू होना हो गया तो सिख आप जी के सेवादार लगे कहन, सेवक लगे कहन बाबा जी आ बड़ा घट होने लग गया, बड़ी चढ़ती कला हो गई, संगत बड़िया बल्ले बल्ले कर लग गई। संत लगे कहन भाई कानू कर लग गई। महात्मा नूं पता होंदा है, महात्मा अंदरों मालक नाल जुड़िया हुंदा, रब नाल जुड़िया हुंदा, पर रहिंदा जग च। महात्मा रहिंदा जग च, मलाई ने दुध उत्ते रहने, मलाई दुध तो पैदा होकर दुध च रहिंदी है, महापुरख दुनिया दे विच दुध उत्ते रहिंदी है। महापुरख दुनिया च पैदा होकर उन्हां दी वृत्ति दुनिया के उत्ते रहती है। खालसा जी जिवें पानी की लहर पानी च पैदा होकर पानी के उत्ते रहिंदी है, वैरू परमेश्वर दे प्यारे संसार दे विच रह के संसार जो उन्हां दी सुरती वृत्ति ऊंची हुंदी ऊंची। ओ महात्मा लगे कहन के बेटा कल प्रताप दे, कल दुनिया बल्ले बल्ले कर दी। नहीं बाबा जी आ देखो तो सही क्या जयकार होने लगी। घर संत लगे कर कोई नहीं तुहानूं दसांगे, समा बीतदा तुरिया जांदा है। उन्हां समय ते साडे देश छूत शाह दा बड़ा बोलबाला हुंदा, जाता जुता कुछ नहीं, ये साड़ियां बनाइयां लोहे का काम करना लोहार कह देंगे, सोने का काम सुनियारा, साध संगत जी इस तरह लकड़ी का काम करने वाले तरखाने कह देंगे, खेती पते का काम करता जट बूट कह देंगे, बूट कहते हैं। इस करके नहीं उन्हें बूट पाए ने, बूट इस करके कि वो बूटे लाउंदा है। साथ सब इस तरह गुरु की संगत का ध्यान देना पवेगा। ये जातां साड़ियां बनाइयां ने, चमड़े का काम करने वाले चमार कह देंगे, कहते चमार, ये चमड़े करके चमार है तो आप सारे चमार हैं, क्योंकि साडा शरीर चमड़े का बनया है। कहो फिर तो आप सारे चमार रहे ना। ये कदे समा बनया विचार करा, राजे जनक नूं एवें नहीं सी अष्टावक्र ने आख्या आप कर
ਐਵੇਂ ਨਹੀਂ ਸੀ ਆਖਿਆ, 8 ਵਿੰਗ ਟਿਡ ਪੈਂਦੇ ਸੀਗੇ। ਉਹ ਰਾਜਾ ਜਨਕ ਜੀ ਹੋਏ ਨੇ ਇੱਕ, ਉਹ ਰਾਜਾ ਜਨਕ ਕਹਿੰਦਾ ਵੀ ਉਹਨੂੰ ਗੁਰੂ ਧਾਰਨ ਕਰਨਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਦੇ ਉੱਤੇ ਪੈਰ ਰੱਖਾਂ ਤੇ ਪੈਰ ਰੱਖਦੇ ਸਾਰੀ ਜਿਹੜਾ ਮੈਨੂੰ ਬ੍ਰਹਮ ਗਿਆਨ ਦੇ ਦੇ। ਉਹ ਖੈਰ ਸਾਧ ਸੰਗਤ ਜੀ ਦਾ ਧਿਆਨ ਦੇਣਾ ਪਵੇਗਾ। ਹੁਣ ਇਹੋ ਜਿਹਾ ਕਿਹੜਾ 88,000 ਸੰਤ ਉਹਨੇ ਕੈਦਖਾਨੇ ਚ ਪਾਤਾ ਬਈ ਮੈਨੂੰ 1 ਮਿੰਟ ਚ ਬ੍ਰਹਮ ਗਿਆਨ ਦੇ ਦਿਓ ਤੇ ਜਾਓ। ਉਹ ਸਾਧ ਸੰਗਤ ਜੀ ਖੈਰ ਬੜੇ ਸੰਤ ਇਕੱਠੇ ਕੀਤੇ ਗਏ। ਕਿਹੜਾ ਸਵਾਲ ਦਾ ਜਵਾਬ ਦੇਵੇ? ਖੈਰ ਉਹ ਅਸ਼ਟਾਵਕਰ ਹੋਇਆ, ਵਿਚਾਰ ਬਹੁਤ ਲੰਬੀ ਕੁਝ ਸਮਾਂ ਬਣਿਆ ਵਿਚਾਰ ਕਰਾਂਗੇ। ਉਹ ਅਸ਼ਟਾਵਕਰ ਗਿਆ, ਰਾਜਾ ਜਨਕ ਸਾਧ ਸੰਗਤ ਜੀ ਬਹੁਤ ਵੱਡੀ ਮਾਫ ਕਰਨਾ ਗੁਰੂ ਕੀ ਸੰਗਤ ਉਹਨੇ ਸਭਾ ਲਾਈ ਹੋਈ ਹੈ ਤੇ ਜਿੱਥੇ ਉਹਨੇ ਆਪਣੇ ਗੁਰੂ ਨੂੰ ਬਿਠਾਉਣਾ ਹੈ 20 ਫੁੱਟ ਦੀ ਉਚਾਈ ਦੀ ਸਟੇਜ ਬਣਾ ਕੇ ਨਾ ਉੱਪਰ ਆਸਨ ਬਣਾਇਆ ਹੋਇਆ ਆਪਣੇ ਗੁਰੂ ਦਾ ਕਿ ਇੱਥੇ ਬਿਠਾਵਾਂਗਾ, ਬੇਨਤੀ ਕਰਾਂਗਾ ਜਿਹੜਾ ਮੈਨੂੰ 1 ਮਿੰਟ ਦੇ ਵਿੱਚ ਬ੍ਰਹਮ ਗਿਆਨ ਦੇ 1 ਮਿੰਟ ਦੇ ਵਿੱਚ ਅੱਖ ਦੇ ਫੁੰਕਾਰੇ ਦੀ ਗੱਲ ਵਲਕਣ। ਤਾਂ ਉਹ ਸਾਧ ਸੰਗਤ ਜੀ ਬੜੇ ਅਕਲ ਦੇ ਧਨੀ ਗਏ। ਇੱਕ ਅਸ਼ਟਾਵਕਰ ਹੋਇਆ ਜਿਹਦੇ ਸਰੀਰ ਵਿੱਚ 8 ਥਾਂ ਮੋੜ ਪੈਂਦੇ ਸਨ, ਐ ਸਰੀਰ ਕਦੇ ਟੇਢਾ ਮੇਢਾ। ਅਸ਼ਟਾਵਕਰ ਜਦੋਂ ਗਿਆ, ਉਹ ਅਸ਼ਟਾਵਕਰ ਉਹਦੀ ਉਮਰ ਵੀ ਛੋਟੀ ਸੀ, ਬੜੀ ਛੋਟੀ ਜੀ ਉਮਰ ਅਸ਼ਟਾਵਕਰ ਜੀ ਗਏ। तो गुरु की संगत होण हार विरवान के हो चीकने पास वो अष्टावक्र गया जो राजे जनक ने 88,000 संत पर इकट्ठे किए ने, शर्त रखी है तद रिहा किए जाओगे, घोड़े की रकाब ते पैर रखते ब्रह्म ज्ञान दे दिओ। भाई ब्रह्म ज्ञान की जब ये गल सी ब्रह्म ज्ञान करवा दो फिर चले जाओ। कोई इन्नी जल्दी ब्रह्म ज्ञान होना ये कोई छोटी गल थोड़ी सी। खैर साध संगत जी को सारे महात्मा इकट्ठे किए ने, बड़ी ऊंची स्टेज लाई है। अष्टावक्र भी ऐसे साध संगत जी सभा चले गए। जो गए राजे जनक एक बारी क्या, दूजी बारी क्या, फिर तीजी बारी ये गल कही, लगता है कि दुनिया ऋषियों मुनियों संतों भक्तों से खाली हो गई है, दुनिया में कोई संत नहीं रहा। तब ये गल कही अष्टावक्र जी उठ पे। वो 20 फुट की ऊंचाई की स्टेज सी, पौड़ी लगी हुई सी। जब वो अष्टावक्र जी लगे ना चढ़न, वो स्टेज उत्ते लगे चढ़न, पौड़ी का एक डंडा 2 डंडा कुदरती गल शरीर टेढ़ा मेढ़ा सीगा। और जब ऊपर लगे चढ़न और जिवें चढ़ते जा रहे सारे खिड़खड़ा गया। 80,000 तो उत्ते ऋषि मुनि सीगा, और प्रजा के बंदियां दा पता नहीं सी, वजीरा मंत्रियों का पता नहीं सी। इत्थे तक कहते हैं कि राजा जनक भी हस पिया। कहो है जदों राजा जनक हस पिया उस मौके गुरु की संगत अष्टावक्र इत्थे तक कि उहदे शरीर विच 8 थां वल पैंदे सन, टेढ़े बन सन, मोड़ सन। कहते हैं कि जदों वो शासन राजा अपने अष्टावक्र जी स्टेज उत्ते चढ़े उस मौके कहते हैं कि राजे जनक का भी हासा निकल गया। उस मौके अष्टावक्र जी ने कहना किया राजे जनक नूं, कहना किया चमारा जिहा बड़ी कमाल की गल। कहो भाई चमारा जिहा दुनिया के लोग दूजियां दे अवगुण देखते हैं, अपने गुण देखते हैं, दूजे नूं मंदा कहते हैं, अपने आप नूं चंगा कहते हैं। पर भैणी कहती दूजियां नूं चंगा कहो, अपने आप मंदा को माफ करना। मंदा जाने आपको अवर भला संसार, मंदा जाने आपको अवर भला संसार। हम नहीं चंगे बुरा नहीं कोई, प्रणवत नानक पारे सोए। वो अष्टावक्र कहने लगे कदों चमारा जिहा राजा जनक राण हो गए, बड़े बड़े समय मिथिलापुरी का राजा हो गए। और एक कह की रहा फिर छोटी उम्र का बालक, छोटी उम्र का समझी जाता इस दस दिन उम्र का कोई संबंध नहीं है। सासों आख्या चमारा जी ये दस ब्रह्म ज्ञान का तू मैथों लेना, ए चमार काहदे लई इकट्ठे कीते हो गया भाई चमारा जे मैनू भी चमार कहता, आ बड़े बड़े ऋषि मुनि बैठे ने है इन्होंने भी चमार कहता। तो लगा कहना महाराज जे चमार है, महाराज जी तो बहुत बड़े बड़े ऋषि मुनि है, माफ करना महाराज जे चमार है। वो राजे जनक नूं अष्टावक्र कहंदा चमार नूं चमड़े की परख हुंदी है, इन्हां मेरे चमड़े की परख कीती है, इस करके ये चमार है। उस मौके राजा जनक सचमुच आख्या महाराज असीं चमार हां। एवें सी बाबा नानक सिंह ने आख्या एक पैर कहंदे चमड़ी ते रख देवे, दुनिया की खूबसूरती कहंदा एक पैर चमड़ी ते रख दे, सारी चम दृष्टि है। आ किथे चलिया जी मुंडे दी एंगेजमेंट करनी है जी, माफ करना साध संगत जी कुड़ी देखण चले, कुड़ी का की देखना चमड़ा जाके देखना, भावें धेले दी अकल ना होवे। खालसा कह दे वो कह दो वैरू माफ करना ओदे गुण थोड़े देखने ने सी, ओदे गुण नहीं देखने। कुड़ी बड़ी सोहनी कद इन्ना जी, माफ करना इन्नी खूबसूरत जी, बल्ले बल्ले बल्ले
माफ करना बोल के पंडा बन देंगे खालसा झूठी उसदियां ते जे देखिए गुण गुरबाणी कहती गुण का गाहक जे मिले इत्थे गुण देखे ने गुण इत्थे गुण देखे ने गुण इकट्ठे करी चलो अवगुण छड्डी चलो माफ करना ही ਅਸੀਂ ਕੀ ਦੇਖਦੇ ਐਵੇਂ ਨਹੀਂ ਸੀ ਬਾਬਾ ਨਾਨਕ ਸਿੰਘ ਕਿਹਾ ਕਹਿੰਦੇ ਇੱਕ ਪੈਰ ਚਮੜੀ ਤੇ ਰੱਖ ਦੇਵੇ ਦੂਜਾ ਪੈਰ ਧਮਣੀ ਤੇ ਰੱਖ ਦੇਵੇ ਸੰਸਾਰ ਇੱਥੇ ਵਿਸਰਦਾ ਪੈਸਾ ਤੇ ਚਮੜੀ ਦੋ ਹੀ ਗੱਲਾਂ ਨੇ ਇੱਕ ਪੈਰ ਚਮੜੀ ਤੇ ਦੂਜਾ ਧਮੜੀ ਤੇ ਕਹਿੰਦੇ ਤੀਜਾ ਪੈਰ ਪੁੱਟਣ ਦੀ ਲੋੜ ਨਹੀਂ ਅੱਗੇ ਗੁਰੂ ਨਾਨਕ ਸਾਹਿਬ ਖੜੇ ਨੇ ਦਰਸ਼ਨ ਕਰਨ ਖਾਤਰ ਪਰ ਪੈਰ ਦੋਵੇਂ ਪੱਟਣੇ ਬੜੇ ਔਖੇ ਹਨ ਬੜੇ ਔਖੇ ਹਨ ਕਹਿਣਾ ਬਹੁਤ ਸੌਖਾ ਹੈ पर दोनों पैर पटने बड़े औखे हैं खैर गुरु की संग उस मौके राजा जनक गुरु की संगत लगे कहने लगे महाराज सचमुच मैं भी चमार ये भी चमार महाराज कृपा कर कहते ने दक्षिणा दो गुरु दक्षिणा दो पहला की दिंदा अमर छकिया ਸੀ जब पंजा प्यारे उन्हें सिर दे के छकिया सी कहो ਐਵੇਂ ਨਹੀਂ ਸੀ ਸਿੱਖੀ ਨਿਭਾ ਗਏ ਅਸੀਂ ਇਸ ਕਰਕੇ ਨਹੀਂ ਨਿਭਾਉਂਦੇ ਅਮਰ ਛਕ ਕੇ ਵੀ ਛੱਡ ਦੇਣੇ ਦਿੱਤਾ ਜੋ ਕੁਝ ਨਹੀਂ ਮੁਫਤ ਮਿਲ ਗਿਆ ਸਾਧ ਸੰਗਤ ਜੀ ਮੁਫਤ ਮਿਲ ਗਿਆ ਗੁਰੂ ਕੀ ਸੰਗਤ ਜਿਹੜੀ ਚੀਜ਼ ਮੁੱਲ ਮਿਲਦੀ ਹੈ ਕਿੰਨੀ ਕਦਰ ਕਰਦੇ ਦੁੱਧ ਦੀ ਕਿੰਨੀ ਕਦਰ ਕਰਦੇ ਬੋਲਦੇ ਨਹੀਂ ਕਰਦੇ ਨਹੀਂ ਕਿ ਜੀ ਮੁੱਲ ਮਿਲਦੀ ਹੈ ਉਹਦੀ ਬੜੀ ਕਦਰ ਹੁੰਦੀ ਪਰ ਕੰਚਨ ਸੇ ਪਾਈਏ ਨਹੀਂ ਤੋਲ ਮਨ ਦੇ ਰਾਮ ਦੀ ਹੋਂ ਕਹਿੰਦਾ ਲਕਸ਼ਣ ਕੀ ਦਿੰਦਾ ਭੇਟਾ ਕੀ ਦਿੰਦਾ ਤੇ ਲਿਆ ਕੋ ਗੁਰੂ ਦੇ ਕਹਿੰਦਾ ਜੀ ਰਾਣੀ ਨਾਲ ਸਲਾਹ ਕਰ ਲਓ ਹਾਂ घर वाले ने सलाह कर ला कहना माफ करना उन्हें कहा तन मन ताने चुकी देना और घर वाली लगी कहना जी इंज करो इंज करे धन ना दे तन भी ना दो धन ना मन दे तो स्यापे ने सारे साथ गुरु कहता भी मन लै लो बस मन लै लो कहते अच्छा मन देगा मन बेचा है सेवक के फिर सेवक के कार्य राशि अच्छा मन देते हो अच्छा बहुत अच्छे हो राजन का आपने मन दे दिया और करना वो है राजन तुमने मेरे को मन दे दिया अब आपने वो करना है जो मन कहेगा मन मेरा है मेरा मन के ऊपर कब्जा है जिवें जमीन भेज दी जाए ਉਹਦੇ ਤੇ ਕਬਜ਼ਾ ਉਹਦਾ ਹੋ ਜਾਂਦਾ ਜਿਹਨੇ ਜ਼ਮੀਨ ਖਰੀਦੀ ਹੋਵੇ ਕਹੋ ਵਾਹਿਗੁਰੂ ਖਾਲਸਾ ਦੀ ਜਿਵੇਂ ਕੋਈ ਘਰ ਵੇਚ ਦਿੱਤਾ ਜਾਏ ਨਾ ਕਮਟ ਲਈ ਉਹਦੇ ਤੇ ਕਬਜ਼ਾ ਉਹਦਾ ਹੋ ਜਾਂਦਾ ਜਿਹਨੇ ਘਰ ਖਰੀਦਿਆ ਖਾਲਸਾ ਦੀ ਕੋਈ ਸ਼ੌਪ ਵੇਚ ਦਿੱਤੀ ਜਾਏ ਉਹਦੇ ਤੇ ਕਬਜ਼ਾ ਉਹਦਾ ਹੋ ਜਾਂਦਾ ਜਿਹਨੇ ਸ਼ੌਪ ਖਰੀਦੀ ਹੈ ਇਹ ਮਾਰੇ ਮਨ ਵੇਚਦੇ ਨਾ ਕਬਜ਼ਾ ਗੁਰੂ ਦਾ ਹੋ ਜਾਊਗਾ ਕਿਹੜਾ ਜੰਮਿਆ ਹੋਇਆ ਜਿਹੜਾ ਗੁਰੂ ਦੀ ਚੀਜ਼ ਦੇ ਉੱਤੇ ਕਬਜ਼ਾ ਕਰ ਲੈ ਖਾਲਸਾ ਦੀ ਕਹਿ ਦੇ ਮਨ ਵੇਚੈ ਵੇਦ मन बेचा सतगुरु के पास सेवक के कार्य रास फिर गुरु फिर काम था सारा फिर गुरु दे मन गुरु दा बन गया गुरु जो मर्जी करवावे खैर खालसा जी रहो विचार राजा जनक जी कहते हैं कि हे मेरे गुरुदेव अष्टावक्र जी मैंने आपको अपना मन दे दिया उन्होंने आख्या अच्छा राजा जनक मन दिया ऐसे करो घोड़ा ला और करना होना कि जिन्ना गुरु ने कहना जो गुरु ने कहना असी ओ करना है जो गुरु कहता ओ करना है पर असी तो अपनी मर्जी ना करते हैं ना खालसा गुरु कहना मांस नहीं खाना कब है असी अपनी मर्जी ना खाते गुरु की मर्जी का नहीं गुरु कहता शराब नहीं पीना असी अपनी मर्जी ना पीते हैं गुरु कहता निंदा नहीं करनी अपनी मर्जी ना करते हैं गुरु तो कह रहे निंदा भली आप करते हैं फिर गुरु तो नहीं कहता कब है गुरु कहना मिठा बोलना कब है गुरु कहता मिठा बोलना अभी फिक्का बोलते हैं गुरु की मर्जी तो नहीं कब है गुरु तो कहता नानक फिक्का बोलिए तन मन फिक्का है और जरा ध्यान देना पड़ेगा खालसा जी और जनाना सी महात्मा को जुक्तियां होंदियां ने और कह लगे चाचा राजा चल घोड़ा लाओ जब घोड़ा लिया लो महाराज कहते तेन बोलने वास्ते किने गया कब है मन तो मेरे को है तू तो करना जो मन अगे पिछे आप मनते कहे करते शराब पीते मनते कहते पीते गुरु के कहते नहीं पीते तो वाहगुरु जे मन ही गुरु ने दिता फिर तो आप करांगे जो गुरु कहता अगर तुम अष्टावक्र जी तुम बोलने के लिए किसने कहा है चुप कर दिया कंबल रख दिया ओह सोची आई कहते ऐसे करो घोड़े की रकाब के ऊपर अपना बायां पांव रखो खब्बा पैर रखो और राजा जनक को क्या पैर रखो और पैर रख के राजा जनक जो घोड़े का खब्बी का पैर रखा और पलाकी मार के सवार हो गया
उस मौके अष्टावक्र जी कहते हैं, अंधे अंधे तूने कहा है कि घोड़े की रकाब के ऊपर पाम रखो, घोड़े को के ऊपर सवार होने के लिए किसने कहा है? पापा निकल गई टैपे माफ करना। इधर आ गया राजा सी, वक्त का बादशाह सी, माफ करना अपने राज तख्त से लगा बैठन, कहता अंधे तुम्हें किसने कहा इस राज तख्त के ऊपर बैठने के लिए? मन तो यहां बैठा है, किसके कहने में बैठेगा? अंधे कहां जा रहा है? ओह हैरान हो गया, एकदम खड़ा हो गया। माफ करना, रानी को बुलाता, अंधे किसने कहा रानी को बुला? कौन है? जदन गुरुदेव कहते चलेगा पर बेटी को बेटी जाना, पर स्त्री को तू अपनी मर्जी ना माड़ा नहीं देखना, माड़ा सोचना था कि माड़ा देख नहीं सकता, माड़ा सोचना तो बहुत दूर की गल है, माड़ा करना तो बहुत दूर की गल है, माड़ा सोच भी नहीं सकता। ਉਹ ਰਾਜਾ ਜਨਕ ਦੇ ਤਰ੍ਹਾਂ ਪਿਆ ਮਹਾਤਮਾ ਕੋਲ ਜੁਗਤੀਆਂ ਹੁੰਦੀਆਂ ਨੇ। ਖੈਰ ਉਹ ਸਾਧ ਮਹਾਤਮਾ ਦਾ ਬੜਾ ਪ੍ਰਤਾਪ ਹੈ, ਮਨ ਦੀ ਖੇਡ ਹੈ ਗੁਰੂ ਕੀ ਸੰਗਤ ਤੋਂ। ਉਹ ਮਹਾਤਮਾ ਨੂੰ ਸੇਵਕ ਕਰ ਬੜੀ ਬੜੀ ਚੜ੍ਹਦੀ ਕਲਾ ਹੋ ਗਈ। ਹਾਂ ਸੰਤ ਕਹਿੰਦੇ ਕਾਹਨੂੰ ਹੋ ਗਈ? ਉਹਨਾਂ ਸਮੇਂ ਛੂਤ ਛਾਤ ਦਾ ਬੜਾ ਬੋਲਬਾਲਾ ਸੀ, ਇੱਥੋਂ ਗੱਲ ਚੱਲੀ ਸੀ। ਅਸਲੇ ਜੀ ਜਾਤਾਂ ਜੂਤਾਂ ਹੈ ਨਹੀਂ ਕੁਝ ਵੀ, ਖਾਲਸਾ ਜੀ ਮਾਫ ਕਰਨਾ ਗੁਰੂ ਕੀ ਸੰਗਤ ਦਾ ਧਿਆਨ। ਸਾੜੀਆਂ ਬਣਾਈਆਂ ਨੇ, ਜ਼ਮੀਨ ਤਾਂ ਇੱਕੋ ਹੀ ਹੈ, ਲੈਣਾ ਕੀਤੀ ਅਮਰੀਕਾ ਕੈਨੇਡਾ ਇੰਗਲੈਂਡ ਇੰਡੀਆ ਸਾਰਾ ਧਰਤੀ ਦੇ ਇੱਕੋ ਹੀ ਖਾਲਸਾ ਜੀ ਕਹੋ ਧਰਤੀ ਦੇ ਇੱਕੋ ਹੀ ਲੈਣਾ ਕੀਤੀਆਂ ਅਸੀਂ ਕੀਤੀਆਂ ਹੋਰ ਕਿਹਨੇ ਕੀਤੀਆਂ? ਮਾਫ ਕਰੋ ਧਰਤੀ ਦਾ ਇੱਕੋ ਹੀ ਹੈ, ਮੇਰੀ ਕੋਠੀ ਹੈ ਮੇਰਾ ਘਰ ਹੈ ਜੇ ਉਹ ਹੈ ਤਾਂ ਇੱਕੋ ਹੀ। ਉਹ ਖੈਰ ਸਾਧ ਸੰਗਤ ਜੀ ਉਹ ਉਹਨਾਂ ਸਮੇਂ ਛੂਤ ਛਾਤ ਬੜਾ ਸੀ। ਤੇ 2-4 ਦਿਨ ਹੋ ਗਏ ਆਪਾਂ ਬਹੁਤ ਅੱਜ ਲੋਕ ਪਿੰਡਾਂ ਦੇ ਰਹਿਣ ਵਾਲੇ ਆ ਤੇ ਆਪਾਂ ਦੇਖਦੇ ਪਿੰਡਾਂ ਦੇ ਵਿੱਚ ਅਕਸਰ ਪਿੰਡਾਂ ਦੇ ਵਿੱਚ ਧੀਆਂ ਭੈਣਾਂ ਬਾਹਰ ਬਜ਼ੁਰਗਾਂ ਵਾਸਤੇ ਜੋ ਖੇਤਾਂ 'ਚ ਕੰਮ ਕਰਦੇ ਨੇ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਨੇ। ਉਹ ਸਾਧ ਸੰਗਤ 4 ਦਿਨ ਗੁਜ਼ਰੇ ਤਾਂ ਮਹਾਤਮਾ ਸੈਰ ਕਰਨ ਵਾਸਤੇ ਜਾ ਰਹੇ ਨੇ ਜਾਂ ਸੈਰ ਕਰਕੇ ਆ ਰਹੇ ਨੇ। ਰਸਤੇ ਵਿੱਚ ਇੱਕ ਚਮਾਰਾਂ ਦੀ ਕੁੜੀ ਸ਼ਾਮ ਦਾ ਸਮਾਂ ਆਪਣੇ ਬਜ਼ੁਰਗਾਂ ਵਾਸਤੇ ਪ੍ਰਸ਼ਾਦਾ ਵਗੈਰਾ ਲੈ ਕੇ ਜਾਂਦੀ ਹੈ। ਲੋਕ ਦੇਖ ਰਹੇ ਨੇ ਮਹਾਤਮਾ ਆ ਰਹੇ ਨੇ, ਉਧਰੋਂ ਚਮਾਰਾਂ ਦੀ ਲੜਕੀ ਉਹ ਵੀ ਜਾ ਰਹੀ ਹੈ ਪ੍ਰਸ਼ਾਦਾ ਵਗੈਰਾ ਲੈ ਕੇ। ਸੰਤ लगे कहने बेटा तेरे पास क्या है? लगी कहने बाबा जी असि नीच होते हैं। कहने जी पूछे बेटे तुम्हारे पास क्या है? कहने लगी बाबा जी मेरे पिताजी खेतों में काम कर रहे हैं, मेरे पास प्रसादा साथियों को पकौड़े। वो संत लगे कहने बेटे हमारे को पकौड़ा दे दे, एक पकौड़ा। कहने बाबा जी हम तो नीच हैं, बाबा जी हम तो नीच हैं। और संत लगे कहने तुम्हें क्या लगे बेटे नीच ऊंच नहीं होता महात्मा के मन में, हमारे को पकौड़ा खिला दो। ਉਹਨੇ ਅੱਗੇ ਪੌਣਾ ਵਗੈਰਾ ਹੁੰਦਾ ਕੱਪੜਾ ਨੂੰ ਪੌਣਾ ਬੋਲ ਦਿੰਦੇ ਨੇ, ਪੌਣੇ ਚੋਂ ਪ੍ਰਸ਼ਾਦੇ ਵਗੈਰਾ ਵੱਧੇ ਸੀ। ਲੱਗੇ ਕਹਿਣ ਲੋ ਸੰਤ ਜੀ ਆਪ ਐਸੇ ਕਰੋ ਆਪ ਖੋਲ ਕੇ ਆਪ ਹੀ ਲੈ ਲਓ। ਉਹ ਸੰਤਾਂ ਨੇ ਕੀ ਕੀਤਾ ਇੱਕ ਪਕੌੜਾ ਪੌਣਾ ਖੋਲਿਆ, ਇੱਕ ਪਕੌੜਾ ਚੱਕ ਕੇ ਖਾਣ ਲੱਗ ਗਏ। ਮੈਨੂੰ ਪਤਾ ਲੱਗ ਗਿਆ ਤੈਨੂੰ ਪਤਾ ਲੱਗ ਗਿਆ ਦੁਨੀਆ ਇੱਥੇ ਹੀ ਹੈ, ਦੁਨੀਆ ਇੱਥੇ ਬੱਲੇ 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 ਉਹ ਬੱਲੇ ਬੱਲੇ। ਉਹ ਸੰਤਾਂ ਨੇ ਚਮਾਰਾਂ ਦੀ ਕੁੜੀ ਦੇ ਹੱਥੋਂ ਪਕੌੜਾ ਖਾ ਲਿਆ ਹੋਏ, ਸੰਤਾਂ ਨੇ ਚਮਾਰਾਂ ਦੀ ਕੁੜੀ ਦੇ ਹੱਥੋਂ ਪਕੌੜਾ ਖਾ ਲਿਆ। 2 ਦਿਨ ਗੁਜ਼ਰ ਗਏ, 3 ਦਿਨ ਸਾਰੇ ਗੱਲ ਫੈਲ ਗਈ। ਸੰਤਾਂ ਨੇ ਚਮਾਰਾਂ ਦੀ ਕੁੜੀ ਦੇ ਹੱਥੋਂ ਪਕੌੜਾ ਖਾ ਲਿਆ, ਸੰਤਾਂ ਚਮਾਰਾਂ ਦੀ ਕੁੜੀ ਦੇ ਹੱਥੋਂ ਪਕੌੜਾ ਖਾ ਲਿਆ। ਜਦ ਸਾਸੋਂ ਸਾਰੇ ਗੱਲ ਫੈਲ ਗਈ, ਜਦ ਉਹ ਸਾਰੇ ਗੱਲ ਫੈਲ ਗਈ ਉਸ ਮੌਕੇ ਗੁਰੂ ਕੀ ਸੰਗਤ, ਉਹ ਸੰਗਤ ਕੁਦਰਤੀ ਗੱਲ ਸੀ ਕਿ ਸੰਗਤ ਆਉਣੀ ਘੱਟ ਗਈ। 2 ਦਿਨ ਗੁਜ਼ਰ ਗਏ, 3 ਦਿਨ ਗੁਜ਼ਰ ਗਏ, ਚੌਥੇ ਸੰਗਤ ਬਿਲਕੁਲ ਹੀ ਨਾ ਆਈ। ਉਹ ਸੰਤਾਂ ਦੇ ਸੇਵਕ ਕਹਿੰਦੇ ਨੇ ਬਾਬਾ ਜੀ ਸੰਗਤ ਆਉਣੀ ਘੱਟ ਗਈ। ਸਾਡੇ ਤੁਸੀਂ ਜਗ੍ਹਾ ਤੇ ਵੀ ਬੜਾ ਪ੍ਰਤਾਪ ਆ ਦਿਖਿਆ, ਆ ਕੀ ਗੱਲ ਹੋ ਗਈ? ਆਖਿਆ ਬਾਬਾ ਸੰਗਤ ਬੜੀ ਘੱਟ ਗਈ। ਕਹਿੰਦਾ ਸੰਗਤ ਕੀ ਕਰਨੀ? ਕਹਿੰਦਾ ਵੇਖੋ ਮੂਰਖ ਕਹਿੰਦੇ ਨੇ ਇੱਕ ਪਕੌੜੇ ਦੀ ਮਾਰ ਨਹੀਂ ਚੱਲ ਸਕਦੇ। ਕਹਿੰਦੇ ਇੱਕ ਪਕੌੜੇ ਦੀ ਮਾਰ ਨਹੀਂ ਚੱਲ ਸਕੇ, ਹੋਰ ਤਾਂ ਕੀ ਚੱਲਣਾ, ਇੱਕ ਪਕੌੜੇ ਦੀ ਮਾਰ ਨਹੀਂ ਚੱਲ ਸਕੇ। ਮਹਾਤਮਾ ਜਿੱਥੇ ਜਾਏ ਬਈਏ ਉੱਥੇ ਭਲਾ ਕਹੀਏ, ਭਲਾ ਕਹੀਏ, ਭਲਾ ਸੋਚੋ। ਕਹੋ ਵਾਹਿਗੁਰੂ। ਸੰਤ ਕਹਿੰਦੇ ਭਲਾ ਸੋਚੋ, ਭਲਾ ਚਿਤਵੋ, ਭਲਾ ਮੰਗੋ ਤੇ ਭਲਾ ਕਰੋ, ਭਲਾ ਕਰੋ। ਉਹ ਸੰਤ ਕਥਾ ਕਰ ਨੇ ਤੇ ਉਹ ਪਿੰਗਲਾ ਨਦੀ ਦੇ ਸਵਾ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪੈ ਗਈ। ਐਵੇਂ ਨਹੀਂ ਕਿਹਾ ਸੰਤੋ ਸਾਗਰ ਪਾਰ ਉਤਰੀਏ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੁਕੁਰ ਪ੍ਰਸਾਦੀ ਤਰੀਏ। तो गुरु की संगत ओ पिंगला दे कानां दे विच आवाज पई, ओहो मैं तां सारी जिंदगी माड़े को कर्मां च बर्बाद कर ली, ओहो मेरा भला किदां होऊगा। गुरु की संगत खैर जाके महात्मा दे चरणां च नमस्कार करके पिछे जी हट के बैठ जांदी। और कथा की समाप्ति उदों उठ के चले गए, शिष्कियां लै के रोई जाती है। गुरु की सब उस मौके महात्मा की नजर पई, की महात्मा की नजर पई। आखे बीबा कौन है तू, क्यों रो रही, तेरे रोन का कारण की? सारी गल दसी। संत जी जिस प्रयोजन वास्ते यह मनुखा जन्म मिलिया सी,
ਉਹ ਪ੍ਰਯੋਜਨ ਨਹੀਂ ਪੂਰਾ ਕੀਤਾ। ਮਿਲਿਆ ਸੀ ਨਾਮ ਜਪਣ ਵਾਸਤੇ, ਕੋ ਰਾਹੇ ਪੈ ਗਈ ਸਾਰੀ ਜ਼ਿੰਦਗੀ। ਮਾਫ ਕਰਨਾ ਕੋ ਕਰਮੀ ਭੈੜੇ ਬੰਦਿਆਂ ਦੀ ਸੰਗਤ ਗੁਜ਼ਾਰ ਦਿੱਤੀ। ਹੱਥ ਜੋੜ ਕੇ ਬੇਨਤੀ ਕੀਤੀ, ਸੰਤ ਜੀ ਕੀ ਮੇਰਾ ਵੀ ਭਲਾ ਹੋ ਸਕਦਾ? ਕੀ ਮੇਰਾ ਵੀ ਭਲਾ ਹੋ ਸਕਦਾ? ਮਹਾਤਮਾ ਬੱਲੇ ਬੱਲੇ ਬੱਲੇ, ਅਸੀਂ ਮਾੜੇ ਬੰਦੇ ਦੇ ਭਰਾ ਹਟ ਜਾ, ਚਲਾ ਜਾ, ਸਾਡੇ ਮੱਥੇ ਨਾ ਲੱਗੀ। ਤੇ ਗੁਰੂ ਕੀ ਸੰਗਤ ਸੰਤ ਇਹ ਹੈ ਨਿਸ਼ਾਨੀ, ਇਹ ਨਿਸ਼ਾਨੀ ਸਾਧਕੀ, ਇਹ ਨਿਸ਼ਾਨੀ ਹੈ ਜਦੋਂ ਭੇਟ ਤੋਂ ਤਰੀ ਹੈ। ਮਾਫ ਕਰਨਾ ਜਮ ਕੰਕਰ ਨੇੜਨ ਆਵੀ ਫਿਰ ਫੌਰ ਨਾ ਮਰੀ ਹੈ। ਆਖਿਆ ਸੰਤਾਂ ਦੇ ਨੇਤਰ ਬੰਦ ਹੋ ਗਿਆ। ਆਖਿਆ ਬੀਬਾ ਸ਼ਾਦੀ ਤੇਰੇ ਨਾਲ ਕਰਾਉਣ ਵਾਸਤੇ ਕੋਈ ਤਿਆਰ ਨਹੀਂ ਹੋਵੇਗਾ, ਕਿਉਂਕਿ ਤੂੰ ਇੱਕ ਬੇਸਵਾ ਹੈ। ਪਰ ਇੰਜ ਕਰਨਾ ਬੀਬਾ, ਇੰਜ ਕਰਨਾ ਜਿਹੜਾ ਬੰਦਾ ਤੇਰੇ ਘਰ ਆਵੇ, ਜਿਹੜਾ ਬੰਦਾ ਤੇਰੇ ਘਰ ਆਵੇ ਉਹਨੂੰ ਆਪਣਾ ਪਤੀ ਪਰਮੇਸ਼ਰ ਜਾਣ ਕੇ ਉਹਦੀ ਸੇਵਾ ਕਰਨੀ, ਖਾਤਰ ਮਾਫ ਕਰਨਾ। ਕਹਿੰਦੇ ਬੈਠੇ ਜਾ, ਨਿਰੰਕਾਰ ਭਲਾ ਕਰੇਗਾ, ਪਰਮੇਸ਼ਰ ਕਿਰਪਾ ਕਰੇਗਾ। ਸ਼ਾਦੀ ਤੇਰੇ ਨਾਲ ਕਰਾਉਣ ਵਾਸਤੇ ਕਿਸੇ ਨੇ ਤਿਆਰ ਨਹੀਂ ਹੋਣਾ, ਕਿਉਂਕਿ ਤੂੰ ਬੇਸਮੈ। ਆ ਬੀਬਾ ਨਿਤ ਰੋਜ਼ ਜੋ ਪੁਰਸ਼ ਆਵੇ, ਜੋ ਨਿਤ ਰੋਜ਼ ਪੁਰਸ਼ ਆਵੇ ਉਹਨੂੰ ਪਤੀ ਜਾਣ ਕੇ ਸੇਵਾ ਕਰਨਾ, ਦੂਜੇ ਵੱਲ ਝਾਕਣਾ ਨਹੀਂ। ਜਿਨ੍ਹਾਂ ਨਾ ਸੁਹਾਗਣੀ ਤਿੰਨਾ ਝਾਕਣਾ, ਹੋਰ ਮਾਫ ਕਰਨਾ। ਆਖਿਆ ਜੀ 7 ਵਚਨ ਖਾਲਸਾ ਜੀ, ਜੋ ਮਰਦ ਸਭ ਤੋਂ ਪਹਿਲਾਂ ਆਉਂਦਾ ਪਤੀ ਪਰਮੇਸ਼ਰ ਜਾਣ ਕੇ ਉਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਮਾਂ ਬੀਤਦਾ ਤੁਰਿਆ ਜਾਂਦਾ, ਦੂਜਿਆਂ ਵੱਲ ਝਾਕਦੇ ਨਹੀਂ। ਇੱਕ ਸਮਾਂ ਐਸਾ ਆਇਆ ਜਦੋਂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਵਹਿਰੂ ਅੰਤਰਜਾਮੀ ਇੱਕ ਕੁਬੜੇ ਜਿਹੇ ਬਜ਼ੁਰਗ ਦਾ ਰੂਪ ਧਾਰਨ ਕਰਕੇ ਪਿੰਗਲਾ ਦੇ ਘਰੇ ਆ ਗਿਆ। ਬੱਲੇ ਬੱਲੇ, ਸਰਦੀ ਦੀ ਰੁੱਤ, ਸਰਦੀ ਦੀ ਰੁੱਤ, ਉਹਦਾ ਮਹੀਨਾ। ਐਵੇਂ ਨਹੀਂ ਕਿਹਾ ਗੁਰੂ ਕੀ ਸੰਗਤ ਜਿਨੇ ਜਿਨੇ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਗੁਰਪੂਰਾ ਰਾਧਿਆ ਦਰ ਕੇ ਸੱਚ ਕਰ ਸੇਵਾ ਕਰਨੀ ਸ਼ੁਰੂ ਕਰਤੀ। ਅੱਜ ਮਾਫ ਕਰਨਾ ਕੁਬੜਾ ਜਾ ਮਰਦ ਦਾ ਰੂਪ ਧਾਰਨ ਕਰਕੇ ਬੁਢਾਪਾ ਉਮਰ ਖਾਲਸਾ ਦੀ ਤੇ ਹੱਥ 'ਚ ਸੋਟੀ ਵਗੈਰਾ ਲਾਠੀ ਵਗੈਰਾ ਪਕੜੀ ਕੁਬੜਾ ਕੁੰਭਜਾ ਦੇ ਘਰੇ ਭਗਵਾਨ, ਮਾਫ ਕਰਨਾ ਪਿੰਗਲਾ ਦੇ ਘਰੇ ਭਗਵਾਨ ਆ ਗਏ। ਜਦੋਂ ਆ ਗਿਆ ਸੇਵਾ ਉਹ ਚਾਹ ਚੜ ਗਿਆ ਪਤੀ ਤੇ ਪਰਮੇਸ਼ਰ ਜੀ। ਮਾਫ ਕਰਨਾ ਬੜੀ ਸੇਵਾ ਕੀਤੀ। ਜਦ ਗੁਰੂ ਕੀ ਸੰਗਤ ਨੇ ਨਰਾਤੇ 10 ਵਜੇ ਬੜੀ ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਛਕਾਇਆ। ਉਹ ਭਗਵਾਨ ਵਿਲੱਖਣ ਜਿਹਾ ਰੂਪ ਧਾਰਨ ਕਰਤਾ, ਮਾਇਆ ਵਰਤਾਤੀ ਕੀ ਮਾਇਕੀ ਰੂਪ ਧਾਰਨ ਕਰ ਲਿਆ। ਪਰਮੇਸ਼ਰ ਨੂੰ ਲੂਜ ਮੋਸ਼ਨ ਸ਼ੁਰੂ ਹੋ ਜਾਂਦੇ ਨੇ, ਜਿਹਨੂੰ ਪੇਚਿਸ਼ਾਂ ਕੱਟੀਆਂ ਕਰਨ ਲੱਗ ਗਏ। ਬੱਲੇ ਬੱਲੇ, ਸਾਰੀ ਰਾਤ ਪਤੀ ਸਮਝ ਕੇ ਉਹਨੂੰ ਸਾਧ ਸੰਗਤ ਜੀ ਸੰਭਾਲਦੀ ਰਹੀ, ਉਹਨੂੰ ਬਾਥਰੂਮ ਫਲੈਸ਼ ਵਗੈਰਾ ਲੈ ਜਾਂਦੀ ਰਹੀ। ਮਾਫ ਕਰਨਾ ਗੁਰੂ ਕੀ ਸੰਗਤ ਦਾ ਗੰਦਾ ਵਗੈਰਾ ਸਾਫ਼ ਕਰਦੀ ਰਹੀ। ਪਰ ਜਦੋਂ ਸੂਰਜ ਨਿਕਲਦੇ ਕਿਹਾ ਭਗਵਾਨ ਚੜਾਈ ਕਰਕੇ ਕੌਣ ਮਰ ਜਾਂਦਾ, ਮਰਿਆ ਥੋੜਾ ਸੀ ਕੌਣ, ਉਹ ਤਾਂ ਉਹਦੀ ਪ੍ਰੀਖਿਆ ਲੈਣ ਵਾਸਤੇ ਆਇਆ ਸੀ। ਹੋਰ ਉਹ ਗੁਰੂ ਕੀ ਸੰਗਤ ਜਦ ਉਹ ਚੜਾਈ ਕਰ ਗਿਆ, ਕੁਬੜਾ ਜਾ ਬੰਦਾ ਗੁਰੂ ਕੀ ਸੰਗਤ ਉਹ ਰੋਂਦੀ ਹੈ ਪਿੰਗਲਾ, ਮੇਰਾ ਪਤੀ ਮਰ ਗਿਆ। ਲੋਕੀ ਇਹੋ ਜਿਹੇ ਸਮੇਂ ਗੱਲਾਂ ਕਰਨ ਵਾਲੇ ਬਹੁਤੇ ਹੁੰਦੇ ਨੇ। ਉਹ ਲਓ ਆ ਪਤੀ ਵਰਤਾ ਲੱਗੀ ਬਣਨਾ ਹੋਏ, ਲਓ ਐਵੇਂ ਨਹੀਂ ਕਿਹਾ ਜਪ ਮਨ ਰਾਮ ਨਾਮ ਨਿਸਤਾਰਾ, ਜਪ ਮਨ ਰਾਮ ਨਾਮ ਨਿਸਤਾਰਾ। ਵੈਗੁਰੂ ਦਾ ਨਾਮ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਸੰਸਾਰ ਰੂਪੀ ਸਾਗਰ ਤੋਂ ਉਹ ਵੈਗੁਰੂ ਐਡੇ ਐਡੇ ਵੱਡੇ ਪਾਪੀਆਂ ਨੂੰ ਤਾਰ ਦਿੰਦਾ। ਐਵੇਂ ਨਹੀਂ ਕਿਹਾ ਮੈਂ ਮੂਰਤੀ ਕੇਤਰ ਬਾਤ ਹੈ, ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ। ਵੇਖੇ ਜਿਹਨੇ ਨਾਮ ਸੁਣ ਲਿਆ ਗੁਰੂ ਨਾਨਕ ਦਾ, ਨਾ ਜਪਣਾ ਤਾਂ ਬੜੀ ਦੂਰ ਦੀ ਗੱਲ ਹੈ, ਜਿਹਨੇ ਨਾਮ ਸੁਣ ਲਿਆ, ਜਿਹਦੇ ਕੰਨਾਂ ਵਿੱਚ ਗੁਰੂ ਨਾਨਕ ਦਾ ਨਾਮ ਪੈ ਗਿਆ ਨਾ, ਉਹਦਾ ਵੀ ਬੇੜਾ ਪਾਰ ਹੋ ਜਾਊਗਾ। ਕਿਉਂਕਿ ਨਾਨਕ ਦੇ ਅਰਥ ਨੇ ਨਾਨਕ। ਇੱਕ ਮਹਾਤਮਾ ਅਰਥ ਕਰਿਆ ਕਰਦੇ ਸਨ ਨਾਨਕ ਦੇ, ਕਿ ਨਾਨਕ ਕਹਿਣ ਵਾਲਾ ਨਰਕਾਂ ਨੂੰ ਨਹੀਂ ਜਾਂਦਾ। ਨਾਨਕ ਨਾਉ ਤੇਰਾ ਨਿਰੰਕਾਰ ਹੈ, ਨਾ ਇਹ ਲਈਏ ਨਰਕ ਨਾ ਜਾਈਏ। ਉਹ ਸਾਧ ਸੰਗਤ ਜੀ ਉਹ ਨਾਲ ਦੇ ਲੋਕ ਹੱਸਣ ਲੱਗੇ ਹੋਏ, ਵੇਖੋ ਵੱਡੀ ਪਤੀ ਵਰਤਾ ਬਣੀ ਫਿਰਦੀ ਹੈ। ਮਾਫ ਕਰਨ ਚ ਅੱਜ ਕੱਲ ਕਹਿ ਦਿੰਦੇ ਨੇ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਗਈ ਹੈ। ਜੇ ਕੋਈ ਅਮਰ ਸਿੰਘ ਹੋਵੇ ਉਹ ਬਿੱਲੀ ਚੰਗੀ ਰਹਿ ਗਈ ਤੁਹਾਡੇ ਨਾਲ, ਤੁਸੀਂ ਤਾਂ ਨਹੀਂ ਗਏ। ਬਿੱਲੀ ਦਾ 100 ਚੂਹਾ ਖਾ ਕੇ ਵੀ ਹੱਜ ਨੂੰ ਤੁਰ ਗਈ, ਆਪਾਂ ਤਾਂ ਉੱਥੇ ਬੈਠੇ ਬਿੱਲੀ ਚੰਗੀ। ਉਹ ਨਾਲ ਦੇ ਲੋਕ ਕਰਦੇ ਨੇ ਮਜ਼ਾਕ। ਖੈਰ ਸਾਧ ਸੰਗਤ ਜੀ ਉਹ ਕਹਿੰਦੀ ਮੈਂ ਉਸ ਜ਼ਮਾਨੇ ਚ ਸਾਡੇ ਦੇਸ਼ ਵਿੱਚ ਪਤੀ ਸਾਸੋਂ ਸਤੀ ਧਰਮ ਦਾ ਸਾਧ ਸੰਗਤ ਜੀ ਰਿਵਾਜ ਸੀ। ਜਿਹੜੀ ਔਰਤ ਨਾਲ ਉਹ ਜਿਹਦਾ ਪਤੀ ਮਰ ਜਾਂਦਾ ਉਹਨੂੰ ਅੱਗੇ ਸੜ ਕੇ ਮਰਨਾ ਪੈਂਦਾ, ਨਾਲ ਸਤੀ ਹੋਣਾ ਪੈਂਦਾ। ਉਹਨੇ ਸੱਜ ਰਹੀਆਂ ਔਰਤਾਂ ਵਾਲੇ ਕੱਪੜੇ ਪਾਲੇ। ਅਕਬੀਰ ਸਾਹਿਬ ਦੀ ਇੱਕ ਬਾਣੀ ਆਉਂਦੀ ਹੈ, ਮਰਨੇ ਤੇ ਕਿਆ ਡਰ ਪਨਾ ਜੋ ਹੱਥ ਸਦੌਰਾ,
ਲੀਨ ਸੱਸ ਨਾਰੀਅਲ ਵਗੈਰਾ ਹੱਥ 'ਚ ਫੜ ਕੇ ਅੱਗ ਦੇ ਵਿੱਚ ਬਹਿ ਕੇ ਸੱਜ ਰਹੀਆਂ ਔਰਤਾਂ ਨੂੰ ਵਾਲੇ ਕੱਪੜੇ ਪਾ ਕੇ, ਜਿਸ ਭੈਣ ਦਾ ਪਤੀ ਮਰ ਜਾਂਦਾ ਉਹਨੂੰ ਅੱਗ 'ਚ ਬਹਿ ਕੇ ਨਾਲ ਸੜ ਕੇ ਮਰਨਾ ਪੈਂਦਾ। और साथ संगत जी लोग मजाक करते हैं, देखो है माफ करना ये हम पतिवर्तन लगी बनना। खैर साथ संगत की अर्थी वगैरह जिवें किवें गली गुआढ़ के लोगों को कह के और शमशान घाट च लै जांदे। जदों जगह चिड़ी गई खालसा दी अग नूं दिता लांभू, चौंकड़ा मार के और पिंगला जदों अग दे विच बैठी करोड़ा ब्रह्मंडा दा मालक वाहिगुरू परमेश्वर प्रगट हो गया। खालसा बाल तू फड़ के माफ करना करना ला लिया। ए पिंगला वर्गियां तर गई, पिंगला वर्गियां जप मानो। पातशाह कहते जप मानो राम नाम, ओ पिंगला वर्गियां औरतां भी तर गई। खालसा जी माफ करना यह है परमेश्वर का नाम। नाम विष्णु जी नारद मुनि नूं विष्णु पुराण दे विच कहंदे ने उपदेश देंदे होए कहंदे हन बेटा नारद, बेटा नारद इतनी शक्ति पापी पुरुष में पाप करने की नहीं है। पापी कहे बड़े तो बड़ा पाप, ओ भी पाप, ओ भी पाप, पापी पुरुष। खालसा जी इत्थे तक दसिया पापी पुरुष ऐसा पाप कर ले, ऐसा पाप कर ले जिस पाप की उम्मीद पापी पुरुष से ना हो। इतनी शक्ति पापी पुरुष में पाप करने की नहीं है जितनी शक्ति वाहिगुरू के नाम में, भगवान के नाम में पापों का नाश करने की है। ऐ भी नहीं क्या सुने सिद्ध पी सन्नाथ, सुने तरतका काल, सुने दीप लोक ताल, सुने कोह न सकै काल, नानक भगता सदा विगार, सुने दुख पाप। क्या बात, सुनिया ही सुनिया, सुने दुख पाप का नाश भगवान प्रगट हो गया। इतने महात्मा गुरु तेग बहादुर के चरणों च आए। अगली विचार इत्थों शुरू की जाएगी। समा आज्ञा नहीं दिंदा। अज कमेटी वाले गए सी कि गुम्मट बनाना, मैं कहा 2-3 दिन च तुहाडा गुम्मट नहीं बनना। गंजी ने नहाउणा की ते निचोड़ना की, इंज करो भी अगली बारी आवांगे फिर 1 हफ्ता ला देंगे, नाले तुहाडा गुम्मट बन जाऊगा, नाले सानू भी ऐ होऊगा भी असीं कुछ उत्थे संगत की सेवा गुरु की किरपा नाल करके आए हैं। ऐ समा थोड़ा अगों कोई हफ्ता कढ़ के इत्थे लावांगे, नाले संगत नाल भी 1-2 भजन कल नूं करांगे। आओ भागां वालिओ कुछ नहीं जाना। जे साडा पैसा गुरु घर लग जाए सानूं चाहीदा की कहो की चाहीदा, इहदा नहीं रहना। पैसा रहिंदा किसी जेब च, सवेरे किसी दी होर जेब च, दोपहरे होर, शाम नूं होर दी ते कल होर दी है। इस तरह समा भी चलाईमान है। ये भी साथ संगत जी चलता रहता। हुण समा आगे नहीं दिंदा, कल आगे फिर दर्शन करांगे, कगू समा इत्थे भी कढांगे। सस मैनूं कई संघा लग जांदे बाबा जी आपां जिथे जाने आ ते सानूं ना गुरु घर वाले कहंदे ने कि इत्थे माया छड़ दो बाबा जी सानूं। मैं कहा संगत नूं पता ना छड़ जानी है तां कहंदे ने, तां कहंदे ने माफ करना ये इंप्रैशन बनिया रहे दो। अंग्रेजी दी कहावत है फर्स्ट इंप्रैशन इज दी लास्ट इंप्रैशन। ये तां कहंदे ने जे संगत नूं पता होवे भी नहीं छड्डनी माया दी किहड़ी गल है। खालसा जी अगों 1 हफ्ता ला जाएंगे। अज तक कमेटी गई सी ते अगों मैं अगली विचार कल करांगे, नाले परसों खुले दर्शन करांगे। आओ हुण समा आ गया। राम नाम नस्तारा जप मन, राम नाम नस्तारा, राम नाम नस्तारा जप मन, राम नाम नस्तारा, राम नाम नस्तारा जप मन, राम नाम नस्तारा, राम नस्तारा जप मन, राम नाम नस्तारा। Yeah.
ਪ੍ਰਵਾਨ ਕਰੋ, ਸਮਾਂ ਆਗਿਆ ਨਹੀਂ ਦਿੰਦਾ। ਅਸੀਂ ਤਾਂ ਵੈਸੇ ਅਕਸਰ ਹੀ ਕਹਿੰਦੇ ਰਹਿੰਦੇ ਹਾਂ ਕਿ ਇੱਥੇ ਦੀ ਕਮੇਟੀ ਤੇ ਬਹੁਤ ਕਿਰਪਾ ਹੈ। ਖਾਲਸਾ ਜੀ ਵੇਖੋ ਕਿੰਨਾ ਉਤਸ਼ਾਹ ਹੈ ਕਿ ਗੁਰੂ ਘਰ ਚੰਗਾ ਬਣੇ। ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਇੱਕ ਹਫ਼ਤਾ ਲਾਇਆ ਨਾ ਇੱਥੇ, ਉਹ ਵੀ ਬੱਲੇ ਬੱਲੇ ਜਾਊਗੀ ਗੁਰੂ ਦੀ ਕਿਰਪਾ ਨਾਲ। ਪਰ 10 ਫੁੱਟ ਸਮਾਂ ਤੇ ਨਹੀਂ, ਪਰ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਆਵੇ ਜਾਵੇ ਹਲਕੇ ਲੇਖੇ, ਸਾਧੂ ਖੜਾ ਤਮਾਸ਼ਾ ਦੇਖੇ। ਜਿਵੇਂ ਨਾ ਆ ਵੱਡੇ ਵੱਡੇ ਬੰਦੇ ਨੇ, ਜਿਵੇਂ ਇੰਡੀਆ 'ਚ ਲੈ ਲਓ, ਨਾਂ ਤਾਂ ਨਹੀਂ ਲੈਣਾ, ਵੱਡੇ ਵੱਡੇ ਬੰਦੇ ਨੇ ਜਿਹੜੇ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ, ਇਹਨਾਂ ਕੋਲ ਪੈਸੇ ਦਾ ਘਾਟਾ ਨਹੀਂ, ਪਰ ਇਹਨਾਂ ਨੂੰ ਇੱਕ ਰਾਜ ਦਾ ਨਸ਼ਾ, ਰਾਜ ਦਾ ਨਸ਼ਾ, ਕੁਰਸੀ ਦਾ ਨਸ਼ਾ। ਪੈਸਾ ਦਾ ਲੋਕ ਕਹਿੰਦੇ ਦੀਆਂ ਕਈ ਪੀੜ੍ਹੀਆਂ ਤੱਕ ਨਹੀਂ ਮੁੱਕਣਾ ਇਹਨਾਂ ਕੋਲ। ਪੈਸਾ ਹੈ, ਸਭ ਕੁਝ ਹੈ, ਇੱਕ ਰਾਜ ਦਾ ਨਸ਼ਾ। ਜਿਵੇਂ ਮਹਾਂਪੁਰਖਾਂ ਦੇ ਕੋਲ ਕੋਈ ਕਮੀ ਨਹੀਂ ਹੁੰਦੀ, ਉਹਨਾਂ ਨੂੰ ਵੀ ਪਰ ਉਪਕਾਰ ਦਾ ਨਸ਼ਾ ਹੁੰਦਾ ਕਿ ਚੰਗੇ ਕੰਮ ਕਰ ਚਲੀਏ। ਉੜੀਸਾ ਜਾਣ ਦਾ ਮੌਕਾ ਮਿਲਿਆ, ਸ਼੍ਰੀਨਗਰ ਜਾਣ ਦਾ ਮੌਕਾ ਮਿਲਿਆ। ਉੜੀਸਾ ਦੇ ਵਿੱਚ 2.5 ਮਹੀਨੇ ਮੁਰਦਿਆਂ ਦੀਆਂ ਲਾਸ਼ਾਂ, ਜੇ ਲੱਤ ਨੂੰ ਹੱਥ ਪਾਉਂਦੇ ਸੀ ਲੱਤ ਖਿਸਕ ਜਾਂਦੀ ਸੀ, ਬਾਂਹ ਨੂੰ ਬਾਂਹ। ਪਰ ਉੱਥੇ ਜਾ ਕੇ ਖਾਲਸਾ ਜੀ ਜਦੋਂ ਕਰੀਬ ਹੁਣ ਵੀ ਪਿਛਲੀ 19 ਮਈ ਨੂੰ 26,000 ਬੋਰੀ ਚੌਲਾਂ ਦੀ ਉੱਥੇ ਭੇਜੀ। ਉਹ ਉੱਥੇ ਦੇ ਲੋਕ ਚਲਾ ਕੇ ਕਹਿ ਰਹੇ ਸਨ ਕਿ ਇਹ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਨੇ ਕਿਹਾ ਉਗਰਵਾਦੀ ਨੇ, ਅੱਤਵਾਦੀ ਨੇ। ਇਹ ਲੋਕ ਨੇ ਜਿਨ੍ਹਾਂ ਨੂੰ ਕਹਿੰਦੇ ਰਹੇ ਵੀ ਇਹ ਡਾਕੂ ਨੇ, ਲਟੇਰੇ ਨੇ, ਕਾਤਲ ਨੇ। ਆਹ ਲੋਕ ਨੇ ਜਿਹੜੇ ਲੋਕ ਆਪਣੇ ਮੂੰਹ ਤੇ ਚਪੇੜਾ ਮਾਰ ਕੇ ਕਹਿੰਦੇ ਸੀ ਅੱਤਵਾदी नहीं है, ये सत्यवादी है। जिन सिखों का इतना अच्छा जीवन है, इनके गुरुओं का आदर्श कितना ऊंचा होगा। ये अतवादी नहीं, उग्रवादी नहीं, जो इनको डाकू, कातिल, लटेरा कहता है, वो देश का गद्दार है। सिख देशभक्त होता है, सिख दानी होता है, सिख भूखे को अन्न देता है, सिख नंगे को कपड़ा देता है। साथ संगे जी कौमा कहते नोटा ते वोटां नाल नहीं बनदियां, मेरे बात की गल है। होवे कोई समा रेह गुरु ने कृपा कीती, अजे तां लोग सानू पारसी जां मुसलमान समझी जांदे ने। कहोवे बहुतिआं नूं ये नहीं पता कि सिख एक वक्री कौम है। कई कहंदे पिछले दिन गल चली सी RSS वाले मिल गए, हिंदू ते सिख च फर्क कोई नहीं। मैं कहा कौन कहता फर्क नहीं, बोधी के केसां च फर्क नहीं। कहोवे असीं हर धर्म दा सत्कार करदे हां, बोधी के केसां च फर्क नहीं, जनेऊ ते सरी गात्रे सरीसां च फर्क नहीं। कहोवे माफ करना, मंदिर ते गुरुद्वारे दे कलसां दे गुमटां च फर्क नहीं। जे नहीं फर्क तो केस रखो, असीं कह देंगे नहीं फर्क। कहो जदों फर्क ना रहेगा उदों कह देंगे नहीं फर्क। मंदिरां दे विच गुरु ग्रंथ साहब प्रकाश करो, असीं कह देंगे नहीं फर्क। खालसा जी दास ने क्या, इनू गुरु साहब ने न्यारा, ये वखरा है। जब तक खालसा रहे तुसीं कहदा कहंदे कि वखरा, ये न्यारा है, इहदी बोली न्यारी। कहो इहदी उर्दू नाल तुहानूं मनना पऊगा, हिंदी मिल जांदी, मिलदी ना बोलदे अरबी फारसी थोड़ियां बहुतियां एक दूजे नाल कई अखर मिल जांदे। ये पंजाबी नहीं जे किसे नाल मिलदी, ये नहीं मिलदी।
क्योंकि ਇਹਦੀ ਬੋਲੀ ਨਿਆਰੀ। ਬੰਬੇ ਇੱਕ ਸੰਤ ਸਮਾਗਮ ਸੀ, ਇੱਕ ਸੰਤ ਲੱਗੇ ਕਹਿਣ ਬਈ ਹਰ ਬੰਦੇ ਦੀ ਆਪਣੀ ਆਪਣੀ ਮਾਂ ਬੋਲੀ। ਮੈਂ ਕਿਹਾ ਸੰਤ ਜੀ ਇਹ ਗੱਲ ਕਿਉਂ ਕਹਿਤੀ ਮਾਂ ਬੋਲੀ? ਕਹਿੰਦੇ ਹਿੰਦੀ ਹਿੰਦੂਆਂ ਦੀ ਮਾਂ ਬੋਲੀ, ਉਰਦੂ ਮੁਸਲਮਾਨਾਂ ਦੀ ਮਾਂ ਬੋਲੀ, ਕੋਈ ਅਰਬੀ ਫਲਾਣ ਅਰਬ ਕੰਟਰੀਆਂ ਵਾਲੇ ਦੀ ਮਾਂ ਬੋਲੀ, ਅੰਗਰੇਜ਼ੀ ਅੰਗਰੇਜ਼ਾਂ ਦੀ ਮਾਂ ਬੋਲੀ। ਮੈਂ ਕਿਹਾ ਨਾ 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 ਸੰਤ ਜੀ, ਲੋਕਾਂ ਦੀ ਮਾਂ ਬੋਲੀ ਇਹ ਮੰਨਣ ਵਾਲੀ ਗੱਲ, ਅਸੀਂ ਮੰਨਦੇ ਹਾਂ, ਪਰ ਸਾਡੀ ਮਾਂ ਬੋਲੀ ਨਹੀਂ, ਸਾਡੇ ਤਾਂ ਪਿਓ ਦੀ ਬੋਲੀ ਹੈ। ਇਹ ਗੁਰਮੁਖੀ ਅੱਖਰ ਗੁਰੂ ਅੰਗਦ ਦੇਵ ਮਹਾਰਾਜ ਨੇ ਬਣਾਏ ਸਨ। ਕਹਿ ਦਿਓ ਗੁਰਮੁਖੀ ਇਹ ਗੁਰੂਆਂ ਦੇ ਮੁਖ ਤੋਂ ਨਿਕਲੀ ਬੋਲੀ। ਪੰਜਾਬੀ ਤਾਂ ਪੰਜਾਬ ਦੇ ਰਹਿਣ ਵਾਲੇ ਤਾਂ ਕਹਿ ਦਿੰਦੇ, ਹੁਣ ਤਾਂ ਲੰਡਾ ਜਿਹਾ ਪੰਜਾਬ ਰਹਿ ਗਿਆ। ਉਦੋਂ ਪੰਜਾਬ 'ਚ 5 ਦਰਿਆ ਹੁੰਦੇ ਸਨ, ਹੁਣ ਤਾਂ ਛੋਟਾ ਜਿਹਾ ਰਹਿ ਗਿਆ, ਲੰਡਾ ਜਿਹਾ 2.5 ਦਰਿਆ ਰਹਿ ਗਏ। ਤਾਂ ਪੰਜਾਬੀ ਤਾਂ ਪੰਜਾਬ ਦੇ ਰਹਿਣ ਵਾਲੇ ਕਰਕੇ ਅਸਲ ਤੇ ਗੁਰਮੁਖੀ ਹੈ, ਇਹ ਗੁਰੂਆਂ ਦੇ ਮੁਖ ਤੋਂ ਨਿਕਲੀ ਹੈ। ਇਹਦਾ ਇਹ ਨਿਆਰਾ ਹੈ। ਜਦ ਮੈਂ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਜੂ ਮੈਂ ਸਾਰਾ। ਬੜੀ ਕਿਰਪਾ ਗੁਰੂ ਦੀ, ਭਾਗਾਂ ਵਾਲੇ ਸਮਾਂ ਕੱਢਾਂਗੇ, ਇੱਕ ਹਫ਼ਤਾ ਲਾਵਾਂਗੇ, ਪਰ ਸਾਨੂੰ ਹਫ਼ਤੇ ਦੀ ਲੋੜ ਨਹੀਂ ਪੈਣੀ, ਕਿਉਂਕਿ ਅਸੀਂ ਤੁਹਾਡੇ ਤੇ ਲੋੜ ਨਹੀਂ ਪੈਣ ਦੇਣਾ। ਕਹੋ ਵਾਹਿਗੁਰੂ। ਲੋੜ ਵੀ ਨਹੀਂ ਪੈਣ ਦੇਣਾ, ਨਾ ਲੋੜ ਪੈਣ ਦੇਣਾ, ਪਰ ਇਹ ਖਿਆਲ ਰੱਖਿਓ ਜੇ ਆਪਾਂ ਕਮੇਟੀ ਨੂੰ ਵੀ ਖੁਸ਼ ਕਰਾਂਗੇ। ਪਰਸੋਂ ਗੱਲ ਕਰਾਂਗੇ ਸਾਰੀ। ਆਪ ਨੂੰ ਛੋਟੀ ਜਿਹੀ ਬੇਨਤੀ ਕਰਾਂ, ਲੋੜ ਨਹੀਂ ਪੈਣ, ਬਿਲਕੁਲ ਬਿਲਕੁਲ ਲੋੜ ਨਹੀਂ ਪੈਣ ਦੇਣਾ। ਮਾਫ ਕਰੇ, ਜਿਵੇਂ ਨਿਆਣਾ ਚੱਕ ਲਈਦਾ ਨਾ ਤੇ ਨਿਆਣੇ ਦੇ ਮੂੰਹ 'ਚ ਉਹ ਚੂਪਣੀ ਜੀ ਪਾ ਦੀ। ਕੀ ਗੱਲ ਹੈ, ਕੀ ਗੱਲ ਹੈ? ਉਹ ਚੂਪਣੀ ਦਾ ਚੂਪਣੀ ਬੋਲਦੇ, ਕੀ ਬੋਲਦੇ? ਚੁੰਗਣੀ ਹੈ, ਚੁੰਗਣੀ ਬੋਲਦੇ, ਕੀ ਬੋਲਦੇ? ਬੱਚੇ ਦੇ ਮੂੰਹ 'ਚ ਚੁੰਗਣੀ ਪਾ ਦਿੰਦੇ। ਚੁੰਗਣੀ ਦਾ ਮਾਂ ਨੂੰ ਕੋਈ ਖਾਸ ਭਾਰ ਨਹੀਂ ਲੱਗਦਾ। ਕਹੋ ਭਾਈ, ਉਹ ਚੁੰਗਣੀ ਦੀ ਤਰ੍ਹਾਂ ਆਪਾਂ ਥੋੜਾ ਜਿਹਾ ਇਸ਼ਾਰਾ ਹੀ ਕਰਨਾ, ਔਰ ਇਸ਼ਾਰੇ ਨਾਲ ਹੀ ਕੰਮ ਹੋ ਜਾਣਾ। ਗੱਲ ਤਾਂ ਕੁਝ ਨਹੀਂ ਦੱਸ ਨੇ ਕਹਿੰਦੀ, ਭਾਵੇਂ ਗੁਰਦੁਆਰਾ ਨਵਾਂ ਬਣਾ ਲਓ, ਸੰਗਤ ਦੀ ਕਮੀ ਹੈ। ਆ ਸਾਊਥ ਆ ਲੰਡਨ 'ਚ ਗੁਰੂ ਘਰ ਸੀ, ਆ ਪਿਛਲੀ ਵਾਰੀ ਜਦੋਂ ਪਹਿਲੀ ਵਾਰੀ ਆਏ, ਦੂਜੀ ਵਾਰੀ ਹੁਣ ਉੱਥੇ ਤੇਰਾ ਬਾਹਲਾ ਕਸਮਾਨ ਹੈ, ਪਾਰਟੀਆਂ ਬਹੁਤੀਆਂ ਹੱਥ ਜੋੜ ਜੋੜ ਕੇ ਉਹਨਾਂ ਟੇਲਾ ਭਾਈ ਆ ਗੁਰਦੁਆਰਾ ਬਣਾ ਲਓ ਜੀ, ਬਣਾ ਲਓ ਜੀ। ਹਾਂ ਪ੍ਰੇਰ ਕੇ ਜੀ ਇਕੱਠੇ ਹੋ ਕੇ ਬਣਾ ਲਓ। ਗੁਰਦੁਆਰੇ ਕਿਸੇ ਦੇ ਪਿਓ ਦੀ ਮਲਕੀਤ ਥੋੜੀ ਹੈ, ਤਾਂ ਸਾਡੇ ਸਾਰਿਆਂ ਦੇ ਸਾਂਝੇ ਨੇ। ਕਹੋ ਵਾਹਿਗੁਰੂ। ਸਾਡਾ ਅਸਲੀ ਘਰ ਹੀ ਗੁਰੂ ਘਰ ਹੈ। ਕਹੋ ਵਾਹਿਗੁਰੂ। ਸਾਡਾ ਅਸਲੀ ਘਰ ਹੀ ਗੁਰੂ ਘਰ ਹੈ। ਗਿਆਨ ਧਿਆਨ ਕਿਸ ਕਰਮ ਨੇ ਜਾਣਾ, ਸਾਰ ਨੇ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਸਮਾਂ ਆਗਿਆ ਨਹੀਂ ਦਿੰਦਾ, ਇਹਨੇ ਕੀ ਸ਼ਬਦ ਪ੍ਰਮਾਣ ਕਰੋ ਤੇ ਰਜਾ ਕੇ ਜਾਵਾਂਗੇ ਕਮੇਟੀ ਨੂੰ, ਕੋਈ ਹੱਦੀ ਗੱਲ ਨਹੀਂ। ਤੇ ਮੈਂ ਇਹਨੂੰ ਕਿਹਾ ਵੀ ਹੁਣ ਮਜ਼ਾ ਨਹੀਂ ਆਉਣਾ, ਖਾਲਸਾ ਜੀ ਮਾਫ ਕਰਨਾ। ਗੁਰੂ ਕੀ ਸੰਗਤ ਆ 100 ਸੁਨਿਆਰ ਦੀ ਤੇ 1 ਲਖਾਰ ਦੀ ਗੱਲ ਦਾ ਮਜ਼ਾ ਨਹੀਂ ਆਉਣਾ। ਤੇ ਜੇ ਦਰਕੇ ਪਹਿਲਾਂ ਕਰਦੇ ਆਪਾਂ 2-4 ਦਿਨ ਦਾ ਹੋਰ ਕੱਟ ਮਾਰ ਦਿੰਦੇ। ਪੰਜਾਬ 'ਚ ਬਿਜਲੀ ਵਾਲੇ ਕੱਟ ਮਾਰ ਦਿੰਦੇ ਨੇ ਕਈ ਵਾਰੀ, ਦੂਜੇ ਪਾਸੇ ਬਿਜਲੀ ਤੋੜ ਦਿੰਦੇ ਨੇ, ਫਿਰ ਗੱਲ ਬਣ ਜਾਣੀ ਸੀ। ਤੇ ਮੈਂ ਬਹੁਤ ਸਤਿਕਾਰ ਕਰਦਾ ਖਾਸ ਕਰਕੇ ਇੱਥੇ ਦੇ ਗੁਰੂ ਘਰ ਪ੍ਰਬੰਧਕ ਕਮੇਟੀ ਦਾ, ਇੱਥੇ ਦੇ ਵਜ਼ੀਰਾਂ ਦਾ, ਇੱਥੇ ਦੀ ਸੰਗਤ ਦਾ। ਔਰ ਅਸੀਂ ਕਈ ਵਾਰੀ ਮਹਿਸੂਸ ਵੀ ਕਰਦੇ ਹਾਂ ਕਿ ਜਦੋਂ ਕਦੇ ਇੱਥੇ ਕੀਰਤਨ ਹੁੰਦਾ, ਇੱਥੇ ਬਹੁਤ ਜ਼ਿਆਦਾ ਟਿਕਾਉ ਹੁੰਦਾ, ਕਿਉਂਕਿ ਸੰਗਤ ਬੜੀ ਸ਼ਰਧਾ ਵਾਲੀ ਹੈ। ਵਿਸਾਖੀ ਵਾਲੇ ਦਿਨ ਜਦੋਂ ਇੱਥੋਂ ਨਗਰ ਕੀਰਤਨ ਕੱਢਿਆ ਜਾਣਾ ਸੀ, ਹਾਲਾਂਕਿ ਕਈ ਕਹਿਣ, ਮੈਂ ਕਹਿੰਦਾ ਅਸੀਂ ਜਾਣਾ ਹੈ, ਜ਼ਰੂਰ ਜਾਣਾ ਹੈ, ਕਿਉਂਕਿ ਟੁੱਟੇ ਕੱਚ ਦਾ ਤੇ ਟੁੱਟੇ ਪਿਆਰ ਦਾ ਕੁਝ ਵੀ ਨਹੀਂ ਰਹਿੰਦਾ। ਖਾਲਸਾ ਜੀ ਸਾਧੂ ਰੱਬ ਦੇ ਪਿਆਰੇ ਪ੍ਰੇਮ ਦੇ ਭੁੱਖੇ ਹੁੰਦੇ ਨੇ। ਜਿੰਨਾ ਪ੍ਰੇਮ ਕਰੋਗੇ, ਮਹਾਤਮਾ ਜਦੋਂ ਕਰੋ ਮਾਫ ਕਰਨਾ 10 ਕਿਸੇ ਦੀ ਦਖਲ ਨਹੀਂ ਕਰਦਾ, ਪਰ ਫਿਰ ਵੀ ਗੁਰੂ ਦੀ ਕਿਰਪਾ ਹੈ। ਮਹਾਤਮਾ ਨੂੰ ਜਿੰਨਾ ਪਿਆਰ ਕਰੋ, ਆਲੇ ਨਿਆਣੇ ਹੁੰਦੇ ਸਿਆਣੇ ਨਿਆਣੇ, ਉਹ ਬਾਪੂ ਨਾਲ ਬਣਾ ਕੇ ਰੱਖਦੇ ਨੇ, ਦਾਦੇ ਬਾਬੇ ਇਹਨਾਂ ਨੂੰ, ਪਰ ਬਾਪੂ ਕੋਲ ਜੋ ਹੋਇਆ ਨਾ ਮਿਲ ਜਾਣਾ। ਘਰ ਤਰੀਕਾ ਵਾਹਿਗੁਰੂ। ਇਹ ਸਾਧ ਸੰਗਤ ਜੀ ਜਿੰਨਾ ਮਰਜ਼ੀ ਲਾ ਲਓ, ਮਹਾਂਪੁਰ ਬੜੇ ਰਾੜੇ ਵਾਲੇ क्या बात है। संगत जी सदियों से रोती है नरगिस अपनी उरी पे, बड़ी मुश्किल से होता है चमन में पैदा, दीदावर खैर समा आज्ञा नहीं। चमन में पैदा दीदावर खैर समा आज्ञा नहीं दिंदा। गाली को नहीं खालसा जी ਇਹ ਕਿਹੜੀ ਗੱਲ ਹੈ, ਕਦੇ ਮੰਗ ਨਹੀਂ ਕੀਤੀ। ਸੰਤ ਕਹਿੰਦੇ ਹੁੰਦੇ ਸੀ, ਹਾਲਾਂਕਿ ਪੈਸੇ ਦਾ ਕੰਮ ਪੈਸੇ ਨਾਲ ਚੱਲਦਾ, ਪਰ ਗੁਰੂ ਦੀ ਕਿਰਪਾ ਹੀ ਇੰਨੀ ਹੈ। ਪਤਾ ਨਹੀਂ ਸਾਸਨ ਕਿਵੇਂ ਚੱਲੀ ਜਾਂਦਾ, ਇਹ ਤਾਂ ਗੁਰੂ ਜਾਣਦਾ। ਗੁਰੂ ਦੇ ਕੰਮ ਨੇ ਤੇ ਗੁਰੂ ਆਪ ਕਰੇਗਾ। ਕਦੇ ਗੁਰੂ ਘਰਾਂ ਲਈ ਨਹੀਂ ਮੰਗਿਆ, ਕਦੇ ਆਪਣੇ ਵਾਸਤੇ ਨਹੀਂ ਮੰਗਿਆ, ਕਦੇ ਕੋਈ ਮੰਗ ਨਹੀਂ ਕੀਤੀ। ਪਰ ਜਿੱਥੇ ਕਹਿੰਦੇ ਨੇ ਤੁਲਸੀ ਜੀ ਪਰਉਪਕਾਰ ਕੇ ਵਾਸਤੇ ਮੁਝੇ ਨਾ ਆਵੇ ਲਾਜ। ਕਹਿੰਦੇ ਜੇ ਭਲੇ ਕੰਮ ਲਈ ਮੰਗਣਾ ਆ ਜੇ, ਮੰਗਣਾ ਪੈ ਜੇ, ਫਿਰ ਕਹਿੰਦੇ ਮੈਨੂੰ ਕੋਈ ਸੰਗ ਵਾਲੀ ਗੱਲ ਨਹੀਂ, ਕੋਈ ਜਾਕ ਵਾਲੀ ਗੱਲ ਨਹੀਂ। ਖੈਰ ਇਹਨੇ ਸ਼ਬਦ ਪ੍ਰਵਾਨ ਕਰੋ। ਮੈਂ ਤਹਿ ਦਿਲੋਂ ਦਾਸ ਸਾਰੀ ਕਮੇਟੀ ਦਾ ਵੀ, ਇੱਥੇ ਦੀ ਸੰਗਤ ਦਾ ਵੀ ਮਾਫ ਕਰਨਾ। ਸਿੱਖੀ ਦਾ ਦਾਸ ਕਈ ਵਾਰੀ ਕਹਿੰਦਾ ਸ਼ੁਰੂ ਹੁੰਦੀ ਸੰਗਤ ਦੇ ਝੂਠੇ ਬਰਤਨ ਮਾਂਜਣ ਤੋਂ, ਸੰਗਤ ਦੇ ਚੋੜਿਆਂ ਤੋਂ। ਗੁਰੂ ਕਿਸੇ ਜਿੰਨਾ ਨੀਵਾਂ ਹੁੰਦਾ ਉਨੀ ਬਖਸ਼ਿਸ਼ ਹੁੰਦੀ ਜਾਂਦੀ। ਜਿਹੜੇ ਦਰਖਤ ਤੇ ਫਲ ਲੱਗਦੇ ਨੇ, ਜਿੰਨਾ ਫਲ ਮੋਟਾ ਹੁੰਦਾ ਵੱਡਾ ਹੁੰਦਾ, ਦਰਖਤ ਦੀਆਂ ਟਾਹਣੀਆਂ ਝੁਕਦੀਆਂ ਜਾਂਦੀਆਂ ਹਨ। ਖੈਰ ਫਲਾਂ ਵਾਲੇ ਬੂਟਿਆਂ ਦੀਆਂ ਟਾਹਣੀਆਂ ਨੀਵੀਆਂ ਹੁੰਦੀਆਂ ਨੇ, ਤੇ ਜਿਨ੍ਹਾਂ ਬੂਟਿਆਂ ਨੂੰ ਫਲ ਨਹੀਂ ਲੱਗਦਾ ਉਹ ਬਸ ਛਣ ਖਾਲੀ ਕਰ ਛਣਕਦੀਆਂ ਰਹਿੰਦੀਆਂ ਨੇ।
ਇਸ ਤਰ੍ਹਾਂ ਜਿਨ੍ਹਾਂ ਦੀ ਬਖਸ਼ਿਸ਼ ਹੁੰਦੀ ਹੈ ਉਹ ਹਮੇਸ਼ਾ ਨੀਵੇਂ ਹੋ ਕੇ ਚੱਲਦੇ ਨੇ। ਤਾਂ ਦੇਖਿਆ ਸੀ ਨਾ, ਨਾਨਕ ਨੀਵਾ ਜੋ ਚੱਲਣਾ ਲੱਗੇ ਨਾ ਸੱਤੀ ਬਾਜੀਓ। ਹੁਣ ਸਾਧ ਸਮਾਂ ਜਦੋਂ ਕਹੋਗੇ ਕੱਢ ਲਾਂਗੇ, ਸਮੇਂ ਦੀ ਕਿਹੜੀ ਗੱਲ ਹੈ। ਤੇ ਸਾਧ ਸੰਗਤ ਜੀ ਖੈਰ ਅੱਜ ਦੇ ਫਿਰ ਦਰਸ਼ਨ ਕਰਾਂਗੇ, ਸਮਾਂ ਬਣਾਵਾਂਗੇ, ਕੋਈ ਵਕਤ ਕੱਢਾਂਗੇ, ਆਪ ਜੀ ਦਰਸ਼ਨ ਕਰਾਂਗੇ। ਔਰ ਕੋਈ ਐਸੀ ਗੱਲ ਨਹੀਂ, ਜਦੋਂ ਆਵਾਜ਼ ਮਾਰੋ 24 ਘੰਟੇ ਦਰਵਾਜ਼ੇ ਖੁੱਲੇ ਨੇ। ਜਿਹੜੀਆਂ ਸੰਗਤਾਂ ਭੇਵੇ ਰੋਪੜ ਜਲੰਧਰ ਜਾਂਦੀਆਂ ਨੇ, ਹਾਲਾਂਕਿ ਉੱਥੇ ਗੁਰੂ ਦੀ ਕਿਰਪਾ ਬੜੀ ਬੜੀ ਵੱਡੀਆਂ ਬਿਲਡਿੰਗਾਂ ਨੇ, ਪਰ ਅੱਜ ਤੱਕ ਗੇਟ ਨਹੀਂ ਲਾ ਸਕੇ, ਅੱਜ ਤੱਕ ਚਾਰ ਦੀਵਾਰੀ ਨਹੀਂ ਬਣਾ ਸਕੇ। ਤੇ ਕਈ ਵਾਰੀ ਕਹਿੰਦੇ ਨੇ ਸਿੰਘ ਬਾਬਾ ਚਾਰ ਦੀਵਾਰੀ ਨਹੀਂ, ਮੈਂ ਕਿਹਾ ਆਪਣੇ ਕੋਲ ਕੀ ਆ ਭਾਈ, ਆਪਾਂ ਤਾਂ ਉਹ ਕਿਸੇ ਦੇ ਘਰੇ ਕੋਈ ਨਾ ਮਰਾਸ਼ੀ ਦੇ ਘਰੇ ਚੋਰ ਚੋਰੀ ਕਰਨ ਵਾਸਤੇ ਤੁਰ ਗਿਆ। ਹੁਣ ਮਰਾਸ਼ੀ ਦੇ ਘਰੋਂ ਕੀ ਲੱਭਣਾ ਸੀ, ਚੋਰ ਖੈਰ ਸਾਰਾ ਘਰ ਛਾਣਬੀਣ ਕਰਕੇ ਬਾਹਰ ਨਿਕਲਿਆ। ਗਰਮੀ ਦੇ ਦਿਨ ਸੀ, ਚਾਂਦੀ ਰਾਤ ਸੀ, ਮਰਾਸ਼ੀ ਬਾਹਰ ਨਾ ਸੁੱਤਾ, ਦੇਖ ਉਹਦੀ ਅੱਖ ਖੁੱਲ ਕੇ ਦੇਖਿਆ ਵੀ ਇਹ ਚੋਰ ਮੇਰੇ ਘਰ ਆ ਗਿਆ, ਇਹਨੂੰ ਭਲਾ ਇੱਥੋਂ ਕੀ ਮਿਲਣਾ। ਖੈਰ ਗੁਰੂ ਕੀ ਸੰਗਤ ਜਦੋਂ ਚੋਰ ਬਾਹਰ ਨਿਕਲਿਆ ਤਾਂ ਬਾਹਰ ਨਾ ਇੱਕ ਪੀਪਾ ਪਿਆ ਸੀ ਚੂਨੇ ਨਾਲ ਭਰਿਆ, ਚਿੱਟਾ ਰੰਗ ਹੁੰਦਾ ਚੂਨੇ ਦਾ। ਤੇ ਉਹਨੇ ਚੋਰ ਨੇ ਸੋਚਿਆ ਆਟਾ ਪਿਆ, ਚਲੋ ਲੈ ਚੱਲਦੇ। ਉਹਨੇ ਸੋਚਿਆ ਵੀ ਚਲੋ ਇਹਨੂੰ ਚੱਕ ਕੇ ਨਾ ਦੇਖ ਲਈਏ। ਥੋੜਾ ਜਿਹਾ ਆਟਾ ਚੱਕ ਕੇ ਮੂੰਹ ਚ ਪਾਇਆ, ਚੂਨਾ ਕੌੜਾ ਹੁੰਦਾ, ਤੁੱਕਣ ਲੱਗ ਗਿਆ। ਉਹ ਮਰਾਸ਼ੀ ਹੱਸਣ ਲੱਗ ਪਿਆ, ਕਹਿੰਦਾ ਭਰਾਵਾ ਇੰਨੀ ਖੇਚਲ ਕਾਹਨੂੰ ਕੀਤੀ, ਰਾਤ ਨੂੰ ਆਇਆ, ਇੱਥੇ ਤੇ ਦਿਨੇ ਕੁਛ ਨਹੀਂ ਲੱਭਦਾ, ਤੇ ਰਾਤ ਨੂੰ ਕੀ ਲੱਭਣਾ ਕਰ ਦਿਆ। ਖੈਰ ਗੁਰੂ ਕੀ ਸੰਗਤ ਦਿਮਾਗ ਫਰੈਸ਼ ਰੱਖੋ, ਨਾਮ ਜਪੋ, ਭਜਨ ਕਰੋ, ਸਿਮਰਨ ਕਰੋ, ਅਰਦਾਸ ਹੋਵੇਗੀ। ਤੂੰ